ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖ ਸਿੱਧੂ ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਆਸ਼ੂ ਨੇ ਰਾਜਾ ਵੜਿੰਗ ਫਸਾ ਕੇ ਰੱਖ ਦਿੱਤਾ ਹੈ। ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ, ਕਿਵੇਂ ਆਸ਼ੂ ਨੇ ਰਾਜਾ ਵੜਿੰਗ ਫਸਾਇਆ, ਕਿਵੇਂ ਭਾਰਤ ਭੂਸ਼ਣ ਆਸ਼ੂ ਦੇ ਕਰਕੇ ਜਿਹੜੀ ਆ ਰਾਜਾ ਵੜਿੰਗ ਦੀ ਕੁਰਸੀ ਜਿਹੜੀ ਆ ਉਹ ਜਾਂਦੀ ਦਿਖਾਈ ਵੀ ਦੇ ਰਹੀ ਆ, ਔਰ ਰਾਜਾ ਵੜਿੰਗ ਬੁਰੇ ਤਰੀਕੇ ਦੇ ਨਾਲ ਫਸਦੇ ਜਾ ਰਹੇ ਆ। ਜੇ ਰਾਜਾ ਵੜਿੰਗ ਦੀ ਕੁਰਸੀ ਜਾਂਦੀ ਦਿਖਾਈ ਦੇ ਰਹੀ ਹੈ ਤਾਂ ਫਿਰ ਮੂਹਰੇ ਕੌਣ ਨਿਕਲ ਰਿਹਾ ਹੈ, ਕੌਣ ਅੱਗੇ ਚੱਲ ਰਿਹਾ ਹੈ, ਕਿਹਨੂੰ ਪ੍ਰਧਾਨਗੀ ਦੀ ਕੁਰਸੀ ਜਿਹੜੀ ਉਹ ਮਿਲ ਸਕਦੀ ਹੈ, ਉਸ ਤੇ ਗੱਲਬਾਤ ਜਿਹੜੀ ਆ ਉਹ ਅਸੀਂ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਾਰਤ ਭੂਸ਼ਣ ਆਸ਼ੂ ਨੇ ਸਿਰਫ ਰਾਜਾ ਵੜਿੰਗ ਹੀ ਨਹੀਂ ਸਗੋਂ ਦੀ 91 ਵੱਡੇ ਇਨਾਮ ਹੋਰ ਜਿਹੜੇ ਆ ਉਹ ਫਸਾ ਦਿੱਤੇ ਨੇ। ਕਿਹੜੇ ਉਹ 91 ਵੱਡੇ ਇਨਾਮ ਨੇ, ਉਹਨਾਂ ਤੇ ਗੱਲਬਾਤ ਜਿਹੜੀ ਆ ਉਹ ਕਰਾਂਗੇ। ਤਾਂ ਉਧਰ ਗੱਲਬਾਤ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਦਾ ਵੱਡਾ ਝੂਠ ਫੜਿਆ ਗਿਆ। ਕਿਹੜਾ ਝੂਠ ਫੜਿਆ ਗਿਆ ਉਸ ਤੇ ਵੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅੱਛਾ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਜਿਹੜੀ ਆ ਉਹ ਇਹੀ ਕਰ ਲੈਂਦੇ ਹਾਂ ਕਿ ਭਾਰਤ ਭੂਸ਼ਣ ਆਸ਼ੂ ਦੇ ਸਬੰਧ ਦੇ ਵਿੱਚ ਜਿਹੜੇ ਆ ਉਹ ਕੁਝ ਵੱਡੇ ਖੁਲਾਸੇ ਹੋਏ ਆ। ਪਹਿਲਾਂ ਤਾਂ ਮੈਂ ਉਹਨਾਂ 91 ਵੱਡੇ ਨਾਮਾਂ ਤੇ ਹੀ ਆਪਾਂ ਚਰਚਾ ਮੈਂ ਕਹਿੰਦਾ ਆਪਾਂ ਕਰ ਲੈਂਦੇ ਹਾਂ। ਰਾਜਾ ਵੜਿੰਗ ਨੂੰ ਕਿਸ ਤਰੀਕੇ ਨਾਲ ਆਸ਼ੂ ਨੇ ਫਸਾਇਆ ਉਸ ਤੇ ਆਪਾਂ ਗੱਲਬਾਤ ਕਰਦੇ ਹਾਂ। ਪਰ ਪਹਿਲਾਂ 91 ਜਿਹੜੇ ਵੱਡੇ ਨਾਮ ਆਸ਼ੂ ਦੇ ਵੱਲੋਂ ਫਸਾਏ ਗਏ ਆ, ਕਿਹੜੇ ਉਹ ਵੱਡੇ ਨਾਮ ਨੇ, ਕਿਵੇਂ ਉਹ ਫਸਦੇ ਜਾ ਰਹੇ ਆ, ਕਹਿੰਦੇ ਕਿ ਉਹਨਾਂ ਤੋਂ ਵੀ ਪਰਚਾ ਦਰਜ ਹੋਣ ਜਾ ਰਿਹਾ। ਸੁਖਵਿੰਦਰ ਜੀ, ਅੱਜ ਭਾਰਤ ਭੂਸ਼ਣ ਆਸ਼ੂ ਦਾ ਜਿਹੜਾ ਰਿਮਾਂਡ ਆ ਉਹ ਖਤਮ ਹੋ ਰਿਹਾ ਤੇ ਅੱਜ ਅਦਾਲਤ ਵਿੱਚ ਵਿਜੀਲੈਂਸ ਉਸ ਨੂੰ ਫਿਰ ਲੈ ਕੇ ਪੇਸ਼ ਕਰੇਗੀ। ਇਹ 9 ਦਿਨ ਦਾ ਜਿਹੜਾ ਰਿਮਾਂਡ ਰਿਹਾ, ਭਾਰਤ ਭੂਸ਼ਣ ਆਸ਼ੂ ਨੇ ਬਹੁਤ ਸਾਰੇ ਇੰਕਸ਼ਾਫ ਜਿਹੜੇ ਨੇ ਵਿਜੀਲੈਂਸ ਦੇ ਕੋਲ ਕੀਤੇ ਆ, ਜਿਹਦੇ ਆਧਾਰ ਤੇ ਵਿਜੀਲੈਂਸ ਹੁਣ ਭਾਰਤ ਭੂਸ਼ਣ ਆਸ਼ੂ ਤੇ ਉਹਦੇ ਨਾਲ ਸੰਬੰਧਿਤ ਠੇਕੇਦਾਰਾਂ ਦੇ ਖਿਲਾਫ ਤਾਂ ਕਾਰਵਾਈ ਕਰ ਹੀ ਰਹੀ ਆ। ਇਹਦੇ ਨਾਲ ਹੀ ਨਾਲ 91 ਅਫਸਰ ਜਿਹੜੇ ਨੇ ਉਹ ਵੀ ਵਿਜੀਲੈਂਸ ਦੇ ਰਡਾਰ ਤੇ ਆ ਗਏ ਨੇ, ਜਿਨ੍ਹਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ 18 ਜਿਹੜੇ DFSO ਨੇ ਤੇ 73 ਜਿਹੜੇ ਨੇ ਉਹ ਆਮ ਅਫਸਰ ਨੇ ਫੂਡ ਐਂਡ ਸਪਲਾਈ ਡਿਪਾਰਟਮੈਂਟ ਦੇ। ਇਹਨਾਂ ਦੇ ਖਿਲਾਫ 4 SSP ਨੂੰ ਦਰਖਾਸਤਾਂ ਲਿਖ ਕੇ ਸ਼ਿਕਾਇਤਾਂ ਦੇ ਦਿੱਤੀਆਂ ਗਈਆਂ। ਇਹਨਾਂ ਦੇ ਖਿਲਾਫ ਪਰਚਾ ਦਰਜ ਕਰਨ ਦੀਆਂ 18 DFSO ਔਰ 73 ਜਿਹੜੇ ਨੇ ਆਮ ਅਫਸਰ। ਹੁਣ ਇਹ 91 ਦੀ ਜਿਹੜੀ ਗਿਣਤੀ ਬਣਦੀ, 91 ਅਧਿਕਾਰੀ ਉਹ ਨਹੀਂ ਜਿਹੜੇ ਖੁਰਾਕ ਅਤੇ ਸਪਲਾਈ ਵਿਭਾਗ ਨਾਲ ਸੰਬੰਧਿਤ ਨੇ। ਇਹਨਾਂ ਵਿੱਚ ਉਹ ਸਿੰਗਲਾ ਵੀ ਹੈ ਜਿਹੜਾ PR ਲੈ ਕੇ ਕੈਨੇਡਾ ਜਿਹੜਾ ਭੱਜ ਚੁੱਕਾ, ਉਹਦੇ ਖਿਲਾਫ ਵੀ ਕਾਰਵਾਈ ਤੈਅ ਹੈ। ਤੇ ਇਹਦੇ ਵਾਸਤੇ ਵਿਜੀਲੈਂਸ ਬਿਊਰੋ ਨੇ ਬਾਕੀ ਜ਼ਿਲ੍ਹਿਆਂ ਦੇ 4 SSP ਨੂੰ ਸਾਰਿਆਂ ਨੂੰ ਸ਼ਿਕਾਇਤਾਂ ਜਿਹੜੀਆਂ ਦਰਜ ਕਰਾ ਦਿੱਤੀਆਂ ਨੇ, ਤੇ ਜਿਸ ਆਧਾਰ ਤੇ ਇਹਨਾਂ ਦੇ ਖਿਲਾਫ ਜਿਹੜਾ ਪਰਚਾ ਜਿਹੜਾ ਉਹ ਦਰਜ ਹੋ ਸਕਦਾ। ਤੇ ਇਹ ਸਾਰਾ ਕੁਝ ਇਹਨਾਂ ਦੌੜ ਦੜਾਂ ਦੇ ਰਿਮਾਂਡ ਦੇ ਦਰਮਿਆਨ ਹੀ ਵਿਜੀਲੈਂਸ ਦੇ ਹੱਥ ਇਹਨਾਂ ਅਫਸਰਾਂ ਦੇ ਵੇਰਵੇ ਲੱਗੇ ਨੇ, ਜਿਨ੍ਹਾਂ ਦੇ ਉਸ ਸਮੇਂ ਵਗਦੀ ਗੰਗਾ 'ਚ ਜਿਹੜੇ ਆਪਣੇ ਹੱਥ ਧੋਤੇ ਆ। ਜਿਸ ਤਰੀਕੇ ਨਾਲ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਕਮਾਈ ਹੈ ਉਹ ਕੇਵਲ ਤੇ ਕੇਵਲ ਕਹਿੰਦੇ ਥੱਲੇ 24-25 ਠੇਕੇਦਾਰ ਹੀ ਸਨ ਕਿ ਜਿਨ੍ਹਾਂ ਦੇ ਰਾਹੀਂ ਸਾਰਾ ਕੰਮ ਜਿਹੜਾ ਚੱਲਦਾ ਰਿਹਾ, ਤੇ ਛੋਟੇ ਜਿਹੜੇ ਠੇਕੇਦਾਰ ਸਨ ਕਮਾਈ ਦੇ ਪੱਖ ਤੋਂ ਜਾਂ ਹੋਰ ਕੰਮਾਂ ਦੇ ਪੱਖ ਤੋਂ ਉਹ ਰਗੜੇ ਮਿੱਧ ਕੇ ਰੱਖ ਦਿੱਤੇ ਜਾਂਦੇ ਨੇ। ਜਿਸ ਤਰੀਕੇ ਨਾਲ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਲੈਂਗੁਏਜ ਹੈਗੀ ਆ, ਤਾਂ ਇਹਨਾਂ ਸਾਰੇ ਪ੍ਰਸੰਗ ਦੇ ਵਿੱਚ ਅਗਰ ਵੇਖੀਏ ਤੇ ਅੱਜ ਜਦੋਂ ਵਿਜੀਲੈਂਸ ਦੁਬਾਰਾ ਰਿਮਾਂਡ ਵਾਸਤੇ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਕੋਰਟ 'ਚ ਪਹੁੰਚਦੀ ਹੈ, ਹੁਣ ਇਹ ਵੇਖਣਾ ਹੋਵੇਗਾ ਕਿ ਭਾਰਤ ਭੂਸ਼ਣ ਆਸ਼ੂ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਜਾਂ ਨਹੀਂ ਕੀਤੀ ਜਾਂਦੀ। ਤੇ ਇਦਾਂ ਵੀ ਹੋ ਸਕਦਾ ਕਿ ਭਾਰਤ ਭੂਸ਼ਣ ਆਸ਼ੂ ਨੂੰ ਕੋਰਟ 'ਚ ਲੈ ਕੇ ਜਾਣ ਤਾਂ ਉਸੇ ਵੇਲੇ ED ਜਿਹੜੀ ਆ ਉੱਥੇ ਪਹੁੰਚ ਜਾਵੇ। ED ਵੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ, ਕਿਉਂਕਿ ED ਨੇ ਜਾਂ ਉਹਨਾਂ ਨੂੰ ਸੰਮਨ ਕਰ ਸਕਦੀ। ਗ੍ਰਿਫਤਾਰ ਤਾਂ ਅਜੇ ਨਹੀਂ, ਕਿਉਂਕਿ ED ਨੇ ਜੇ FIR ਜਿਹੜੀ ਆ ਉਹ ਲਾਂਚ ਜਿਹੜੀ ਉਹਦੇ ਖਿਲਾਫ ਨਹੀਂ ਕੀਤੀ, ਉਹਦੇ ਖਿਲਾਫ ਅਜੇ FCR ਜਿਹੜੀ ਹੈ ਜਿਸ ਤਰੀਕੇ ਨਾਲ ਉਦੋਂ ਗੱਲ ਕੀਤੀ ਉਹ ਦਰਜ ਹੋਈ, ਤਾਂ ਉਹਨੂੰ ਸੰਮਨ ਜਿਹੜੇ ਉਹ ਕਰ ਸਕਦੀ ਆ। ਤਾਂ ਉਹ ਜਿਹੜੇ ਸੰਮਨ ED ਵੱਲੋਂ ਹੁੰਦੇ ਆ ਹੋਰ ਵੀ ਜ਼ਿਆਦਾ ਤੈਅ ਹੁੰਦੇ ਆ। ਔਰ ਸੁਖਵਿੰਦਰ ਜੀ, ਇਹਦੇ ਨਾਲ ਹੀ ਨਾਲ ਇੱਕ ਗੱਲ ਹੋਰ ਜਿਹੜੀ ਸਾਹਮਣੇ ਆਈ, ਜਿਹੜੇ ਫਸਾਉਣ ਦੀ ਤੁਸੀਂ ਗੱਲ ਕੀਤੀ ਆ, 3 ਬੰਦੇ ਨੇ, ਇੱਕ ਮੇਅਰ ਬਲਕਾਰ ਸਿੱਧੂ, ਦੂਜਾ ਇੰਦਰਜੀਤ ਸਿੰਘ ਇੰਦੀ ਤੇ ਇੱਕ ਨਾਮ ਸੰਨੀ ਭੱਲਾ ਜਿਹੜਾ ਨਾਮ ਆ ਰਹੇ ਨੇ। ਇਹ ਉਹ ਵਿਅਕਤੀ ਨੇ ਜਿਹੜੇ ਇਹ 2 ਦਿਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਜਿਹੜੇ ਅਸੀਂ ਕਹਿ ਸਕਦੇ ਕਿ ਵਿਜੀਲੈਂਸ ਦੇ ਰਡਾਰ ਤੇ ਆਏ ਨੇ। ਤਾਂ ਇਹਨਾਂ ਨੂੰ ਬਕਾਇਦਾ ਤੌਰ ਤੇ ਪਿਛਲੇ ਜਿਸ ਸਮੇਂ ਭਾਰਤ ਭੂਸ਼ਣ ਆਸ਼ੂ ਮੰਤਰੀ ਸਨ ਉਸ ਸਮੇਂ ਦਾ ਸਾਰਾ ਰਿਕਾਰਡ ਜਿਹੜਾ ਉਹ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਉਣ ਨੂੰ ਕਹਿ ਦਿੱਤਾ ਗਿਆ। ਹੁਣ ਜਿਸ ਕਾਰਨ ਅਫਸਰ ਤਾਂ ਰਡਾਰ ਤੇ ਹਨ ਹੀ ਹਨ,
ਹੁਣ ਇਹ ਜਿਹੜੇ ਬੰਦੇ ਨੇ ਬਲਕਾਰ ਸੰਧੂ ਹੋਇਆ, ਸੰਨੀ ਭੱਲਾ ਔਰ ਇੱਕ ਦੋ ਬੰਦੇ ਹੋਰ ਦੇ ਜਿਨ੍ਹਾਂ ਨੂੰ ਵਿਜੀਲੈਂਸ ਨੇ ਕਿਹਾ ਕਿ ਤੁਸੀਂ ਰਿਕਾਰਡ ਜਮ੍ਹਾਂ ਕਰਾਓ, ਤਾਂ ਉਹ ਵੀ ਰਿਕਾਰਡ ਜਿਹੜਾ ਜਮ੍ਹਾਂ ਕਰਾ ਕੇ ਉਹ ਵੀ ਫਸਦੇ ਹੋਏ ਨਜ਼ਰ ਆ ਰਹੇ ਨੇ। ਸੋ ਸੁਖਵਿੰਦਰ ਜੀ, ਕਹਾਣੀ ਇਹ ਹੈ ਕਿ ਇਹ ਤਾਣਾ ਬਾਣਾ ਇੰਨਾ ਉਲਝਿਆ ਹੋਇਆ ਸੀ ਉੱਪਰ ਤੋਂ ਲੈ ਕੇ ਥੱਲੇ ਤੱਕ, ਕਿਉਂਕਿ ਜੇਕਰ ਅਫਸਰਸ਼ਾਹੀ ਦੇ ਉੱਤੇ ਤੁਹਾਡੇ ਮੰਤਰੀ ਦਾ ਹੱਥ ਹੈਗਾ ਤਾਂ ਅਫਸਰਸ਼ਾਹੀ ਫੇਰ ਹੀ ਲੁੱਟ ਜਿਹੜੀ ਮਚਾਊਗੀ, ਤੇ ਉਹ ਇਕੱਲੇ ਤੌਰ ਤੇ ਤਾਂ ਲੁੱਟ ਮਚਾ ਨਹੀਂ ਸਕਦੀ, ਤੇ ਜੇਕਰ ਉਹਨਾਂ ਨੇ ਲੁੱਟ ਮਚਾਉਣੀ ਹੈ ਤਾਂ ਲੁੱਟ ਦਾ ਬਣਦਾ ਹਿੱਸਾ ਜਿਹੜਾ ਉਹ ਉੱਪਰ ਸਿਖਰ ਤੱਕ ਜਾਂਦਾ, ਤੇ ਜੇ ਉਹ ਸਿਖਰ ਤੱਕ ਜਾਂਦਾ, ਜੇ ਭਾਰਤ ਭੂਸ਼ਣ ਆਸ਼ੂ ਤੱਕ ਜਾਂਦਾ, ਤੇ ਭਾਰਤ ਭੂਸ਼ਣ ਆਸ਼ੂ ਵੀ ਇੰਨਾ ਤਾਕਤਵਰ ਨਹੀਂ ਹੁੰਦਾ ਕਿ ਉਹ ਜਿੰਨੀ ਮਾਲ ਮਤਾ ਆ ਰਿਹਾ ਉਹ ਇਕੱਲਾ ਹੀ ਹੜੱਪ ਕਰ ਜੇ, ਉਸ ਨੂੰ ਵੀ ਉਸ ਦਾ ਹਿੱਸਾ ਜਿਹੜਾ ਆਪਣੇ ਉੱਪਰ ਤੱਕ ਪਹੁੰਚਾਉਣਾ ਹੁੰਦਾ। ਹੁਣ ਆਪਣਾ ਉੱਪਰਲਾ ਕੌਣ ਆ, ਇਹ ਤਾਂ ਤੁਸੀਂ ਵੀ ਜਾਣਦੇ ਜੇ ਤੇ ਮੈਂ ਵੀ ਜਾਣਦਾ ਤੇ ਪੰਜਾਬ ਦੇ ਲੋਕ ਵੀ ਜਾਣਦੇ ਆ। ਜੇਕਰ 4.5 ਸਾਲ ਦੌਰਾਨ ਭਾਰਤ ਭੂਸ਼ਣ ਆਸ਼ੂ ਪੂਰਨ ਤੌਰ ਤੇ ਲੁੱਟ ਮਚਾਉਂਦਾ ਰਿਹਾ ਤੇ ਉਸਦੇ ਉੱਪਰਲਿਆਂ ਨੂੰ ਪਤਾ ਸੀ ਸਾਰਾ ਕੁਝ, ਤੇ ਜੇ ਉਹਨਾਂ ਨੇ ਅੱਖਾਂ ਬੰਦ ਕਰਕੇ ਰੱਖੀਆਂ ਤਾਂ ਇਸ ਦਾ ਮਤਲਬ ਇਹ ਆ ਕਿ ਭਾਰਤ ਭੂਸ਼ਣ ਆਸ਼ੂ ਦੀ ਕਥਿਤ ਤੌਰ ਤੇ ਉਸ ਕਾਲੀ ਕਮਾਈ ਦਾ ਬਣਦਾ ਹਿੱਸਾ ਉੱਪਰ ਤੱਕ ਵੀ ਜ਼ਰੂਰ ਪਹੁੰਚਿਆ ਹੋਵੇਗਾ। ਨਹੀਂ ਤਾਂ ਕਿਸੇ ਮੰਤਰੀ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਕਿ ਇਕੱਲਾ ਹੀ ਮਾਲ ਹੜੱਪ ਜਾਵੇ। ਤੁਹਾਨੂੰ ਯਾਦ ਹੋਵੇਗਾ ਕਿ ਜਿਹੜੇ ਕਪੂਰਥਲੇ ਵਾਲੇ ਰਾਣਾ ਗੁਰਜੀਤ ਆ, ਜਦੋਂ ਉਹਨਾਂ ਨੇ ਰੇਤ ਦੀਆਂ ਖੱਡਾਂ ਲੈਣੀਆਂ ਸੀ ਤਾਂ ਉਹ ਰੇਤ ਦੀਆਂ ਖੱਡਾਂ ਜਿਹੜੀਆਂ ਉਹਨਾਂ ਦੇ ਰਸੋਈਏ ਦੇ ਨਾਮ ਤੇ ਅਲਾਟ ਕਰ ਦਿੱਤੀਆਂ ਗਈਆਂ, ਉਹ ਵੀ ਉਦੋਂ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ। ਬਾਅਦ ਚ ਰੌਲਾ ਰੱਪਾ ਪਿਆ ਤਾਂ ਅਸਤੀਫਾ ਜਿਹੜਾ ਦੇਣਾ ਪਿਆ, ਉਦੋਂ ਇਹ ਵੀ ਪਤਾ ਲੱਗ ਗਿਆ ਕਿ ਜੋ ਜਿਹੜੀਆਂ ਖੱਡਾਂ ਦੀ ਅਲਾਟਮੈਂਟ ਹੋਈ ਹੈ ਕਿਹਦੀ ਕਹਿ ਸਕਦੇ ਕਿਹਦੀ ਸਿਫਾਰਿਸ਼ ਦੇ ਜਾਂ ਕਿਹਦੇ ਕਹਿਣ ਤੇ ਹੋਈ ਆ। ਸੋ ਇਹ ਗੱਲਾਂ ਕਲੀਅਰ ਨੇ। ਜੇ ਭਾਰਤ ਭੂਸ਼ਣ ਆਸ਼ੂ ਦੇ ਥਰੜੇ ਅਧਿਕਾਰੀ ਫਸਣਗੇ ਆਂਟੀ ਸਾਹਿਬ, ਪਤਾ ਉਹ ਵੀ ਲੱਗਿਆ ਕਿ ਉਹਦੇ ਵਿੱਚ ਵੀ ਹਾਲੇ ਤੱਕ ਕੁਝ ਹੋਇਆ ਨਹੀਂ। ਰਾਣਾ ਗੁਰਜੀਤ ਦਾ ਜਿਹੜਾ ਤੁਸੀਂ ਮਾਮਲਾ ਕਹਿ ਰਹੇ ਹੋ, ਬੇਸ਼ੱਕ ਕਿ ਰਾਣਾ ਗੁਰਜੀਤ ਜਿਹੜੇ ਆ ਉਹਨਾਂ ਨੂੰ ਜਿਹੜਾ ਅਸਤੀਫਾ ਦੇਣਾ ਪੈ ਗਿਆ ਸੀ ਮੰਤਰੀਸ਼ਿਪ ਦੇ ਕੋਲੋਂ, ਪਰ ਫਿਰ ਵੀ ਉਹਨਾਂ ਨੂੰ ਜਦੋਂ ਦੁਬਾਰਾ ਚੰਨੀ ਦੀ ਸਰਕਾਰ ਬਣੀ, ਤੁਹਾਨੂੰ ਪਤਾ ਹੈ ਕਿ ਖਹਿਰੇ ਦੇ ਵਿਰੋਧ ਦੇ ਬਾਵਜੂਦ, ਨਵਜੋਤ ਸਿੱਧੂ ਦੇ ਵਿਰੋਧ ਦੇ ਬਾਵਜੂਦ ਵੀ ਕਿ ਇਹੋ ਜਿਹੇ ਭ੍ਰਿਸ਼ਟ ਮੰਤਰੀਆਂ ਨੂੰ ਤੁਸੀਂ ਜਿਹੜਾ ਉਹ ਕੈਬਨਿਟ ਦੇ ਵਿੱਚ ਲਾਓਗੇ ਤਾਂ ਹਾਈ ਕਮਾਨ ਜਿਹੜੀ ਆ ਕਾਂਗਰਸ ਜਿਹੜੀ ਆ ਦੁਬਾਰਾ ਉਹਨਾਂ ਨੂੰ ਕੈਬਨਿਟ ਦੇ ਵਿੱਚ ਲੈ ਕੇ ਆਈ। ਤੇ ਉਦੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਲੀਨ ਚਿੱਟ, ਤੁਹਾਨੂੰ ਪਤਾ ਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੇਬ ਦੇ ਵਿੱਚ ਹੀ ਕਲੀਨ ਚਿੱਟਾਂ ਜਿਹੜੀਆਂ ਰੱਖਦੇ ਹੁੰਦੇ ਸੀ, ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪਰ ਕਲੀਨ ਚਿੱਟ ਉਹ ਕਿਵੇਂ ਦਿੱਤੀ ਗਈ ਹੈ ਉਹ ਸਭ ਨੂੰ ਪਤਾ ਹੈ, ਪਰ ਪਤਾ ਇਹ ਲੱਗਿਆ ਕਿ ਹਾਲੇ ਵੀ ਜਿਹੜਾ ਉਹ ਮਾਮਲੇ ਦੇ ਵਿੱਚ ਕੁਝ ਹੋਇਆ ਨਹੀਂ। ਬੜਾ ਕੁਝ ਉਹ ਮਾਮਲੇ ਦੇ ਵਿੱਚ ਉਵੇਂ ਦਾ ਉਵੇਂ ਖੜਾ, ਔਰ ਬੜਾ ਕੁਝ ਹੋ ਸਕਦਾ ਹੈ। ਬਦਲਾਵ ਦੇ ਤੌਰ ਤੇ ਚੁਣੀਗੀ ਸਰਕਾਰ ਜਿਹੜੀ ਹੈ ਉਹਦੇ ਵਿੱਚ ਵੀ ਬੜਾ ਜਿਹੜਾ ਕੱਪੜਾ ਫੜ ਸਕਦੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਪੂਰੇ ਮਾਮਲੇ ਤੇ ਵੀ ਜਿਹੜੀ ਹੈ ਐਕਸਕਲੂਸਿਵ ਤੱਥ ਜਿਹੜੇ ਆ ਉਹ ਤੁਹਾਡੇ ਸਾਹਮਣੇ ਰੱਖਾਂਗੇ, ਸਾਡੇ ਦਰਸ਼ਕਾਂ ਨੇ ਜਿਹੜੇ ਆ ਉਹ ਸਾਹਮਣੇ ਰੱਖਾਂਗੇ ਕਿ ਕੀ ਕੁਝ ਰਾਣੇ ਗੁਰਜੀਤ ਦੇ ਮਾਮਲੇ ਦੇ ਵਿੱਚ ਵੀ ਖੜਾ ਤੇ ਉਹਦੇ ਵਿੱਚ ਕੀ ਕੁਝ ਕਾਰਵਾਈ ਹੋ ਸਕਦੀ ਹੈ, ਤੇ ਰੋਕੀ ਕਿਉਂ ਗਈ ਹੈ, ਔਰ ਆਮ ਆਦਮੀ ਪਾਰਟੀ ਉੱਤੇ ਹੁਣ ਕਾਰਵਾਈ ਕਰੂਗੀ ਕਦੋਂ। ਉਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਲਦੀ ਹੀ ਲੈ ਕੇ ਆਵਾਂਗੇ। ਜੀ ਆਂਟੀ ਸਾਹਿਬ। ਜੀ ਤਾਂ ਸੁਖਵਿੰਦਰ ਜੀ, ਜਿਹੜੀ ਗੱਲ ਮੈਂ ਇਹ ਇੱਕ ਇਸ਼ਾਰਾ ਜਿਹਾ ਕੀਤਾ ਸੀ ਤਾਂ ਤੁਸੀਂ ਉਸ ਇਸ਼ਾਰੇ ਨੂੰ ਪੂਰਾ ਫੜ ਲਿਆ ਕਿ ਜੇਕਰ ਭਾਰਤ ਭੂਸ਼ਣ ਆਸ਼ੂ ਜਾਂ ਰਾਣਾ ਗੁਰਜੀਤ ਸਿੰਘ ਕਮਾਈ ਕਰਦੇ ਨੇ ਕਿਸੇ ਇਸ ਤਰੀਕੇ ਨਾਲ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਕੇ, ਤਾਂ ਕੱਲਿਆਂ ਦੀ ਇਹਨਾਂ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਕਿ ਉਹ ਮਾਲ ਮਤਾ ਫਿਰ ਉੱਪਰ ਤੱਕ ਨਾ ਪਹੁੰਚਾਇਆ ਜਾਵੇ। ਉਹ ਮਾਲ ਮਤਾ ਜਿਹੜਾ ਹੈ ਦਿੱਲੀ ਤੱਕ ਵੀ ਪਹੁੰਚਦਾ ਹੋਏਗਾ, ਤੇ ਜ਼ਰੂਰੀ ਤੇ ਪੰਜਾਬ ਕਾਂਗਰਸ ਦੇ ਜਿਹੜੇ ਉਸ ਸਮੇਂ ਦੇ ਇੰਚਾਰਜ ਹੋਣਗੇ ਉਹਨਾਂ ਦੇ ਰਾਹੀਂ ਉਹ ਰਕਮ ਜਿਹੜੀ ਆ ਵੰਡੀ ਵਡਾਈ ਜਾਂਦੀ ਰਹੀ ਹੋਵੇਗੀ। ਸੋ ਇਹ ਜਿਹੜਾ ਤਾਣਾ ਬਾਣਾ ਕੇਵਲ ਭਾਰਤ ਭੂਸ਼ਣ ਆਸ਼ੂ ਤੱਕ ਹੀ ਸੀਮਤ ਨਹੀਂ ਆ, ਇਹ ਉਸ ਤੋਂ ਉੱਪਰ, ਫਿਰ ਉਸ ਤੋਂ ਉੱਪਰ ਤੇ ਫਿਰ ਉੱਪਰ ਦੇ ਸਿਖਰਲੇ ਅਧਿਆਇ ਤੇ ਜਾ ਕੇ ਪਹੁੰਚਦਾ। ਤੇ ਮੈਨੂੰ ਇਹ ਵੀ ਯਾਦ ਆ ਕਿ ਬੀਤੇ ਦੌਰ ਵਿੱਚ ਬੜੇ ਅਜਿਹੇ ਕਾਂਗਰਸੀ ਸਾਬਕਾ ਵੱਖ-ਵੱਖ ਜਿਹੜੇ ਰਾਜਾਂ ਦੇ ਹਨ, ਜਿਹੜੇ ਕਾਂਗਰਸੀ ਸੀਨੀਅਰ ਲੀਡਰ ਨੇ, ਉਹਨਾਂ ਨੇ ਵੀ ਇਹ ਇਲਜ਼ਾਮ ਲਾਇਆ ਕਿ ਕਈ ਵਾਰੀ ਸਾਡੀ ਹਾਈ ਕਮਾਂਡ ਵੀ ਜਿਹੜੀ ਆ ਭ੍ਰਿਸ਼ਟ ਜਿਹੜੀ ਹੋ ਚੁੱਕੀ ਆ। ਇਹ ਵੀ ਇਲਜ਼ਾਮ ਬੀਤੇ ਦੌਰ 'ਚ ਅਸੀਂ ਸੁਣਦੇ ਰਹੇ ਹਾਂ। ਸੋ ਜੇਕਰ ਵਾਕਿਆ ਹੀ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ ਹੋਵੇ ਤਾਂ ਮੁੱਖ ਮੰਤਰੀ ਦੇ ਥੱਲੇ ਕੰਮ ਕਰਦੇ ਮੰਤਰੀਆਂ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਕਿ ਉਹ ਇਹੋ ਜਿਹਾ ਕੰਮ ਕਰਨ ਕਿ ਉਹਦੀ ਮਰਜ਼ੀ ਤੋਂ ਬਿਨਾਂ ਹੀ ਸਾਰੀ ਲੁੱਟ ਮਚਾਈ ਜਾਣ। ਮੁੱਖ ਮੰਤਰੀ ਹੁਣ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹੁਣ ਉਸ ਤੋਂ ਬਾਅਦ ਉਹਨੀ ਗੱਲ ਕਹੀ ਕਿ ਮੈਨੂੰ ਪਤਾ ਸੀ ਕਿ ਮੇਰੇ ਕਿਹੜੇ ਮੰਤਰੀ ਭ੍ਰਿਸ਼ਟ ਨੇ ਤੇ ਮੈਂ ਸਾਰੇ ਦੀਆਂ ਫਾਈਲਾਂ ਬਣਾ ਕੇ ਰੱਖੀਆਂ ਸੀ। ਇਹ ਅੱਜ ਕੈਪਟਨ ਅਮਰਿੰਦਰ ਸਿੰਘ ਹੁਣੀ ਕਹਿ ਰਹੇ ਆ, ਤੇ ਸਿਰਫ ਅੱਜ ਇਸ ਕਰਕੇ ਕਹਿ ਰਹੇ ਆ ਕਿਉਂਕਿ ਹੁਣ ਉਹ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਆ। ਤੇ ਕੱਲ ਦੀ ਜਿਹੜੀ ਪ੍ਰਧਾਨ ਮੰਤਰੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਮੀਟਿੰਗ ਹੋਈ ਆ, ਉਸ ਮੀਟਿੰਗ ਦੇ ਵੀ ਅਰਥ ਜਿਹੜੇ ਆਮ ਲੋਕ ਤਾਂ ਇਹ ਲੈ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜਿਹੜੀ ਆ ਭਾਜਪਾ ਦੇ ਵਿੱਚ ਵਿਲੀਨ ਹੋ ਸਕਦੀ ਆ ਜਾਂ ਇਹੋ ਜਿਹਾ ਹੋ ਸਕਦਾ। ਇਹਦੇ ਅਰਥ ਜਿਹੜੇ ਉੱਪਰ ਦਿਖਾਈ ਦੇ ਰਹੇ ਉਹ ਅਰਥ ਨਹੀਂ ਆ। ਇਹਦੇ ਅਰਥ ਸੁਖਵਿੰਦਰ ਜੀ ਬਹੁਤ ਡੂੰਘੇ ਨੇ। ਇਹ ਅਰਥ, ਇਹ ਜਿਹੜੀ ਮਿਲਣੀ ਹੈ ਇਸ਼ਾਰਾ ਉਧਰ ਕਰਦੀ ਆ ਜਿਹੜਾ ਖੇਤੀਬਾੜੀ ਘਟਾਲਾ 12,000 ਕਰੋੜ ਦਾ। ਆਪਾਂ ਭਰਾਂਗੇ ਆਂਕੀ ਸਾਹਿਬ, ਜਦੋਂ 91 ਨਾਮ ਵੀ ਜਿਹੜੇ ਤੁਸੀਂ ਦੱਸ ਦਿੱਤੇ ਆ ਕਿਹੜੇ ਕਿਹੜੇ ਫਸਾਏ ਗਏ ਆ ਆਸ਼ੂ ਦੇ ਵੱਲੋਂ, ਤਾਂ ਆਪਾਂ ਆਪਣੀ ਖਬਰਾਂ ਦੇ ਵੱਲ ਆਉਂਦੇ ਆ ਦੁਬਾਰਾ। ਫਿਰ ਤੋਂ ਕੈਪਟਨ ਦੇ ਚਰਚਾ ਆਪਾਂ ਕਰ ਚੁੱਕੇ ਆ, ਔਰ ਪਤਾ ਇਹ ਲੱਗਿਆ ਕਿ ਰਾਜਾ ਵੜਿੰਗ
ਜਿਹੜੇ ਆ ਉਹ ਪਛੜ ਗਏ ਆ ਪ੍ਰਧਾਨਗੀ ਦੇ ਸੰਬੰਧ ਦੇ ਵਿੱਚ ਵੀ, ਪਾਰਟੀ ਦੇ ਪੱਧਰ ਦੇ ਉੱਪਰ ਵੀ। ਹੁਣ ਜਿਹੜੇ ਸੁਖਪਾਲ ਸਿੰਘ ਖਹਿਰਾ ਜਿਹੜੇ ਚੇਨਈ ਤੱਕ ਮਾਰਾਂ ਕਰਦੇ ਫਿਰ ਰਹੇ ਆ, ਤਾਂ ਇੱਧਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਵੱਖਰੇ ਤੌਰ ਤੇ ਪਟਿਆਲਾ ਦੇ ਵਿੱਚ ਵੀ ਮਾਰਾਂ ਕਰਦੇ ਫਿਰ ਰਹੇ ਆ, ਵੱਖ-ਵੱਖ ਪੰਜਾਬ ਦੇ ਹਿੱਸਿਆਂ ਦੇ ਵਿੱਚ ਵੀ ਮਾਰਾਂ ਕਰਦੇ ਫਿਰ ਰਹੇ ਆ। ਉਹਨਾਂ ਤੋਂ ਤਾਂ ਪ੍ਰਤਾਪ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਬਾਹਰ ਖੁੱਲ੍ਹੇਆਮ ਘੁੰਮ ਰਹੇ ਨੇ, ਉਹਨਾਂ ਤੋਂ ਤਾਂ ਪਛੜ ਹੀ ਰਹੇ ਆ ਰਾਜਾ ਵੜਿੰਗ। ਨਾਲ ਦੀ ਨਾਲ ਸਭ ਤੋਂ ਜ਼ਿਆਦਾ ਪਛੜ ਰਹੇ ਆ ਨਵਜੋਤ ਸਿੰਘ ਸਿੱਧੂ ਦੇ ਕੋਲੋਂ, ਜਿਨ੍ਹਾਂ ਨੂੰ ਅੰਦਰ ਬੈਠਿਆਂ ਨੂੰ ਕਾਂਗਰਸੀ ਅਪਰੋਚ ਕਰਨ ਲੱਗੇ ਨੇ। ਨਵਜੋਤ ਸਿੰਘ ਸਿੱਧੂ ਦਾ ਦਿਨੋਂ ਦਿਨ ਧੜਾ ਜਿਹੜਾ ਉਹ ਵੱਡਾ ਹੁੰਦਾ ਜਾ ਰਿਹਾ ਹੈ। ਨਵੇਂ-ਨਵੇਂ ਲੀਡਰ ਜਿਹੜੇ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ, ਤੇ ਪਤਾ ਲੱਗ ਰਿਹਾ ਕਿ ਸਿੱਧੂ ਨੂੰ ਪ੍ਰਧਾਨਗੀ ਦੇ ਤੌਰ ਤੇ ਤਿਆਰ ਕੀਤਾ ਜਾ ਰਿਹਾ, ਤੇ ਉਧਰ ਕਾਂਗਰਸ ਹਾਈ ਕਮਾਨ ਵੀ ਸਿੱਧੂ ਦੇ ਡੋਰਾਂ ਪਾਉਂਦੀ ਜਾ ਰਹੀ ਹੈ। ਤੇ ਹੁਣ ਕਹਿ ਸਕਦੇ ਹਾਂ ਕਿ ਰਾਜਾ ਵੜਿੰਗ ਜਿਹੜੇ ਆ ਭਾਰਤ ਭੂਸ਼ਣ ਆਸ਼ੂ ਦੇ ਪਿੱਛੇ ਸਟੈਂਡ ਜਿਹੜਾ ਲਿਆ ਸੀਗਾ, ਉਹਨਾਂ ਨੇ ਭਾਰਤ ਭੂਸ਼ਣ ਆਸ਼ੂ ਦੇ ਕਰਕੇ ਹੀ ਫਸ ਗਏ, ਜਾਂ ਰਾਜਾ ਵੜਿੰਗ ਦੀ ਆਪਦੀ ਕਾਰਗੁਜ਼ਾਰੀ ਜਾਂ ਉਹਨਾਂ ਦੀ ਆਪਦੀ ਸ਼ਬਦਾਵਲੀ ਜੋ ਆਪਣੇ ਲੀਡਰਾਂ ਪ੍ਰਤੀ ਜਿਹੜੀ ਰੱਖੀ ਗਈ ਹੈ, ਜਾਂ ਫਿਰ ਉਹਨਾਂ ਦੇ 3D ਜਿਹੜੇ ਸੀਗੇ, ਕੁਝ ਲੋਕਾਂ ਦੇ ਲਈ ਵੱਖਰੇ ਸੀ ਤੇ ਕੁਝ ਲੋਕਾਂ ਦੇ ਲਈ ਵੱਖਰੇ ਸੀ। ਕੁਝ ਲੋਕ ਤਾਂ ਸਾਰੇ 3D ਦੇ ਭੰਗ ਕਰ ਰਹੇ ਸੀ, ਤੇ ਕੁਝ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ 3Dਆਂ ਨੂੰ ਤੁਸੀਂ ਫੋਲੋ ਕਰਨਾ ਹੈ। ਉਹਦੇ ਕਰਕੇ ਰਾਜਾ ਵੜਿੰਗ ਪਛੜ ਰਹੇ ਨੇ। ਕੀ ਕਾਰਨ ਹੈ? ਹਾਂ ਸੁਖਵਿੰਦਰ ਜੀ, ਮੇਰੀ ਉਹ ਲਾਈਨ ਸਿਰਫ ਕੰਪਲੀਟ ਇੱਕ ਲਾਈਨ ਚ ਕਰਦਾ ਕਿ ਮੈਂ ਇਹ ਗੱਲ ਕਹਿਣੀ ਚਾਹ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਫ ਇਸ ਕਰਕੇ ਮਿਲੇ ਨੇ, ਕਿਤੇ ਵਿਜੀਲੈਂਸ ਦੀ ਉਹ ਰਡਾਰ ਜਿਹੜੀ ਆ 1200 ਕਰੋੜ ਦਾ ਜਿਹੜਾ ਖੇਤੀਬਾੜੀ ਘਟਾਲਾ, ਕਿਤੇ ਵਿਜੀਲੈਂਸ ਇਹਨਾਂ ਦੇ ਦਿਵਾੜੇ ਨਾ ਹੋ ਜਾਏ। ਕਿਉਂਕਿ ਜਿਸ ਤਰੀਕੇ ਨਾਲ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨਾਂ ਚ ਕਹੀ ਸੀ ਕਿ ਅਸੀਂ ਉਸ ਘਟਾਲੇ ਦੀ ਵੀ ਜਾਂਚ ਕਰਨੀ ਆ, ਤਾਂ ਇੰਨੀ ਛੇਤੀ ਕੈਪਟਨ ਅਮਰਿੰਦਰ ਸਿੰਘ ਦੇ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਤੇ ਆਪਣੇ ਬੇਟੇ ਨਾਲ ਫੋਟੋਆਂ ਖਿਚਾ ਕੇ ਸੋਸ਼ਲ ਮੀਡੀਆ ਤੇ ਪਾਉਣੀਆਂ, ਨਾ ਤਾਂ ਭਾਜਪਾ ਵਿੱਚ ਵਲੀਨਤਾ ਦੀ ਗੱਲ ਆ ਤੇ ਨਾ ਹੀ ਪੰਜਾਬ ਦੇ ਮਸਲਿਆਂ ਦੀ ਗੱਲ ਆ। ਮੈਨੂੰ ਲੱਗਦਾ ਇਹ ਚੈਲੰਜ ਕੀਤਾ ਨਾ ਨਾਨਕੀ ਸਾਹਿਬ ਕਿ ਜੇ ਭਗਵੰਤ ਮਾਨ ਦੀਆਂ ਲੱਤਾਂ 'ਚ ਜਾਨ ਹੈ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਕਾਰਵਾਈ ਕਰਕੇ ਦਿਖਾਵੇ। ਬਿਲਕੁਲ ਬਿਲਕੁਲ। ਤੇ ਉਸ ਤੋਂ ਬਾਅਦ ਇਹ ਜਿਹੜਾ ਪ੍ਰਤੀਕਰਮ ਹੁੰਦਾ, ਇਸੇ ਕਰਕੇ ਹੀ ਪ੍ਰਤੀਕਰਮ ਹੋਇਆ, ਕਿਉਂਕਿ ਜਦੋਂ ਇੱਕ ਦੂਜੇ ਨੂੰ ਚੈਲੰਜ ਕਰ ਦਿੱਤਾ ਜਾਵੇ, ਜਦੋਂ ਪੱਟਾਂ ਦਾ ਜ਼ੋਰ ਵੇਖਣਾ ਹੋਵੇ, ਤੇ ਫਿਰ ਜਿਹਦੇ ਖਿਲਾਫ ਕਾਰਵਾਈ ਹੁੰਦੀ ਹੈ ਉਹਨਾਂ ਨੂੰ ਪਤਾ ਤੇ ਹੁੰਦਾ ਕਿ ਅਖੀਰ ਤੇ ਗੱਲ ਉੱਪਰ ਹੀ ਜਾ ਕੇ ਮੁੱਕਣੀ ਆ। ਤਾਂ ਸ਼ਾਇਦ ਇਸੇ ਹੀ ਕਾਰਨ ਇਹ ਤੁਰੰਤ ਫੁਰੰਤ ਜਿਹੜੀ ਮਿਲਣੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਕੀਤੀ ਗਈ ਆ। ਇਹ ਸਵਾਲ ਦਾ ਜਵਾਬ ਤਾਂ ਇਹ ਸੀ, ਤੇ ਹੁਣ ਮੈਂ ਤੁਹਾਡੇ ਉਸ ਪ੍ਰਸ਼ਨ ਦਾ ਜਵਾਬ ਦਿੰਦਾ ਜਿਹੜਾ ਤੁਸੀਂ ਰਾਜਾ ਵੜਿੰਗ ਦੇ ਪ੍ਰਸੰਗ ਦੇ ਵਿੱਚ ਮੈਨੂੰ ਕਰ ਰਹੇ ਜੇ। ਬੀਤੇ ਦੌਰ ਦੇ ਵਿੱਚ ਜਦੋਂ ਦਾ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨੇ, ਸੁਖਵਿੰਦਰ ਜੀ, ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਹਰ ਮਸਲੇ ਦੇ ਵਿੱਚ ਬਹੁਤ ਤੇਜ਼ੀ ਵਿਖਾਈ ਆ, ਹਰ ਮਸਲੇ ਵਿੱਚ ਤੇਜ਼ੀ। ਖਾਸ ਤੌਰ ਤੇ ਜਦੋਂ ਛੋਟੇ ਜਿਹੜੇ ਕਾਂਗਰਸੀ ਵਰਕਰ ਹੁੰਦੇ, ਜਿਹੜੇ ਆਮ, ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਨੇ ਮਿੰਟੋ ਮਿੰਟੀ ਬਾਹਰ ਕੱਢਿਆ। ਜਿਹੜੇ ਹੋਰ ਨੇ ਆਪਣੀ ਜ਼ਬਾਨ ਦੇ ਨਾਲ ਸੰਬੰਧ ਉਹਨਾਂ ਨਾਲ ਵੀ ਖਰਾਬ ਕੀਤੇ, ਚਾਹੇ ਸੰਦੀਪ ਜਾਖੜ ਹੋਵੇ, ਚਾਹੇ ਸੁਨੀਲ ਜਾਖੜ ਹੋਣੀ ਹੋਣ, ਤਾਂ ਚਾਹੇ ਸੁਖਪਾਲ ਸਿੰਘ ਖਹਿਰੇ ਹੋਣੀ ਹੋਣ। ਤੇ ਇਸ ਤੋਂ ਇਲਾਵਾ ਬਤੌਰ ਪਾਰਟੀ ਪ੍ਰਧਾਨ ਬਣਦਿਆਂ ਉਹਨਾਂ ਨੇ ਕਦੇ ਵੀ ਅੱਜ ਤੱਕ ਸਾਬਕਾ ਜਿਹੜੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਕਦੇ ਵੀ ਉਹਦੇ ਨਾਲ ਮੁਲਾਕਾਤ ਨਹੀਂ ਕੀਤੀ, ਨਾ ਜੇਲ੍ਹ 'ਚ ਜਾ ਕੇ, ਨਾ ਜੇਲ੍ਹ ਜਾਣ ਤੋਂ ਪਹਿਲਾਂ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ, ਤੇ ਬਾਕੀ ਦੂਸਰੇ ਪਾਸੇ ਇਹ ਵੀ ਕਹਿ ਦਈਏ ਕਿ ਐਜ ਏ ਟੀਮ ਲੀਡਰ ਜਿਹੜਾ ਨਵਜੋਤ ਸਿੱਧੂ ਤੇ ਵੀ ਇਲਜ਼ਾਮ ਲੱਗਦਾ ਕਿ ਟੀਮ ਲੀਡਰ ਦੇ ਵਜੋਂ ਕੰਮ ਉਹ ਸ਼ਾਇਦ ਨਹੀਂ ਕਰ ਸਕਦੇ, ਉਸ ਜਿਹਾ ਇਲਜ਼ਾਮ ਹੀ ਜਿਹੜਾ ਆ ਇਹਦਾ ਤਾਂ ਸਾਹਮਣੇ ਨਸ਼ਰ ਹੋ ਜਾਂਦਾ ਰਾਜਾ ਵੜਿੰਗ ਦਾ ਕਿ ਬਤਾਓ ਟੀਮ ਲੀਡਰ ਇਹ ਸਾਰੇ 17-18 ਵਿਧਾਇਕਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਵਿੱਚ ਪੂਰਨ ਤੌਰ ਤੇ ਅਸਫਲ ਰਹੀ। ਖਾਸ ਤੌਰ ਤੇ ਭਾਰਤ ਭੂਸ਼ਣ ਆਸ਼ੂ ਦੇ ਪ੍ਰਸੰਗ ਦੇ ਵਿੱਚ, ਭਾਰਤ ਭੂਸ਼ਣ ਆਸ਼ੂ ਦੇ ਪ੍ਰਸੰਗ ਵਿੱਚ ਜਿਸ ਤਰੀਕੇ ਨਾਲ ਬਿਨਾਂ ਵਜ੍ਹਾ, ਬਿਨਾਂ ਲੋੜਾ ਰਾਜੇ ਵੜਿੰਗ ਨੇ ਆਹ ਮੋਰਚਾ ਖੋਲਿਆ ਜਾਂ ਸਟੈਂਡ ਲਿਆ, ਉਹਦੇ ਵਿੱਚ ਪਾਰਟੀ ਉਸੇ ਦਿਨ ਹੀ ਦੋ ਫਾੜ, ਜਾਂ ਤੁਸੀਂ ਤੁਹਾਡੇ ਸ਼ਬਦਾਂ 'ਚ ਚੌ ਫਾੜ ਜਾਂ ਕਈ ਫਾੜ ਹੋ ਗਈ ਕਿ ਜਿੱਦਣ ਵਿਜੀਲੈਂਸ ਦਫ਼ਤਰ ਦਾ ਘਿਰਾਓ ਕਰਦਾ ਸੀ ਤਾਂ ਪ੍ਰਤਾਪ ਸਿੰਘ ਬਾਜਵਾ ਗਏ, ਗੇਟ ਜਿਹੜਾ ਬੰਦ ਕਰ ਦਿੱਤਾ ਗਿਆ, ਉਹ ਬੇਰੰਗ ਵਾਪਸ ਆਏ। ਕਹਿੰਦੇ ਨੇ ਉਸ ਮਸਲੇ ਤੇ ਭਾਰਤ ਭੂਸ਼ਣ ਆਸ਼ੂ ਦੇ ਮਸਲੇ ਵਿੱਚ ਕਈ ਵਿਧਾਇਕ ਜਾਂ ਕਈ ਕਾਂਗਰਸ ਦੇ ਸੀਨੀਅਰ ਨੇਤਾ ਜੇ ਸਨ ਜਿਹੜੇ ਇਸ ਮੁੱਦੇ ਤੇ ਪੂਰਨ ਤੌਰ ਤੇ ਰਾਜਾ ਵੜਿੰਗ ਨਾਲ ਸਹਿਮਤ ਨਹੀਂ ਸਨ। ਪਰ ਰਾਜਾ ਵੜਿੰਗ ਨੇ ਇਸ ਗੱਲ ਨੂੰ ਆਪਣਾ ਨੱਕ ਦਾ ਮੁੱਦਾ ਜਾਂ ਆਪਣੀ ਪ੍ਰਧਾਨਗੀ ਦਾ ਇਹੋ ਜਿਹਾ ਵਿਸ਼ਾ ਬਣਾਇਆ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਆਪਾਂ ਧਰਨਾ ਦੇਣਾ, ਆਪਾਂ ਕਾਂਗਰਸ ਦੀ ਇੱਕ ਤਾਕਤ ਦਾ ਜਿਹੜਾ ਪ੍ਰਦਰਸ਼ਨ ਕਰਨਾ। ਤਾਂ ਉਹ ਜਦੋਂ ਪ੍ਰਦਰਸ਼ਨ ਕਰਨ ਗਏ ਤਾਂ ਸਿਰਫ ਤੇ ਸਿਰਫ ਉੱਥੇ ਪੋਤਰਾ ਰਵਨੀਤ ਸਿੰਘ ਬਿੱਟੂ ਬੇਅੰਤ ਸਿੰਘ ਦਾ ਪੋਤਰਾ ਹੀ ਦਿਖਾਈ ਦਿੱਤਾ। ਉਹ ਵੀ ਬਾਅਦ ਚ ਬੈਠ ਗਿਆ, ਇੱਕ ਦੋ ਦਿਨ ਦਬਕੇ ਮਾਰ ਕੇ ਜਦੋਂ ਵੇਖਿਆ ਕਿ ਵਿਜੀਲੈਂਸ ਉਹਦੇ ਦੁਆਲੇ ਵੀ ਹੋਣ ਲੱਗੀ ਆ ਤਾਂ ਉਹ ਵੀ ਪਿੱਛੇ ਹਟ ਗਿਆ। ਤਾਂ ਸਿਰਫ ਤੇ ਸਿਰਫ ਫਿਰ ਉੱਥੇ ਰਾਜਾ ਵੜਿੰਗ ਰਹਿ ਗਏ ਜਾਂ ਇੱਕ ਦੋ ਹੋਰ ਉਹਨਾਂ ਦੇ ਜਿਹੜੇ ਖਾਸਮ ਖਾਸ ਸੀ। ਤਾਂ ਅਖੀਰ ਫਿਰ ਕੋਰਟ ਦੇ ਨਿਰਦੇਸ਼ਾਂ ਤੇ ਉਹ ਵੀ ਮੋਰਚਾ ਉਹਨਾਂ ਨੂੰ ਚੁੱਕਣਾ ਪਿਆ
ਜਿਸ ਕਰਕੇ ਅਸੀਂ ਕਹਿ ਸਕਦੇ ਕਿ ਕਾਂਗਰਸ ਪਾਰਟੀ ਦੀ ਇਸ ਮੁੱਦੇ ਤੇ ਭਾਰਤ ਭੂਸ਼ਣ ਆਸ਼ੂ ਦੇ ਮੁੱਦੇ ਤੇ ਤਾਂ ਚਲੋ ਬਦਨਾਮੀ ਹੋਣੀ ਆ, ਪਰ ਰਾਜਾ ਵੜਿੰਗ ਨੇ ਜਿਸ ਤਰੀਕੇ ਨਾਲ ਬਿਨਾਂ ਵਜ੍ਹਾ ਇਹ ਮੋਰਚਾ ਖੋਲਿਆ ਉਹਦੇ ਨਾਲ ਉਹ ਬੈਕ ਫੁੱਟ ਤੇ ਗਈ। ਤਾਂ ਉਸ ਉੱਤੇ ਬਲਦੀ ਦਾ ਤੇਲ ਜਿਹੜਾ ਸੁਖਪਾਲ ਸਿੰਘ ਖਹਿਰੇ ਨੇ ਇਹ ਬਿਆਨਾਂ ਦੇ ਕੇ ਪਾਤਾ ਕਿ ਸਾਨੂੰ ਕਿਸੇ ਨਿੱਜੀ ਵਿਅਕਤੀ, ਇਕੱਲੇ ਵਿਅਕਤੀ ਦੇ ਪਿੱਛੇ ਪਾਰਟੀ ਦੀ ਸ਼ਕਤੀ ਜਿਹੜੀ એનર્ਜੀ ਆ ਵੇਸਟ ਨਹੀਂ ਕਰਨੀ ਚਾਹੀਦੀ। ਸੰਦੀਪ ਜਾਖੜ ਦੇ ਵੀ ਅਜਿਹੇ ਬਿਆਨ ਆਏ। ਤਾਂ ਅਜਿਹੇ ਬਿਆਨਾਂ ਤੋਂ ਬਾਅਦ ਜਦੋਂ ਕੱਲ ਜਿਹੜੀ ਮੀਟਿੰਗ ਉੱਥੇ ਹੁੰਦੀ ਆ, ਉੱਥੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਵਰਕਿੰਗ ਪੰਜਾਬ ਕਾਂਗਰਸ ਦੀ ਹਰੀਸ਼ ਚੌਧਰੀ ਦੀ ਪ੍ਰਧਾਨਗੀ ਦੇ ਹੇਠ ਸੰਦੀਪ ਜਾਖੜ ਉਹਦੇ ਵਿੱਚ ਉਹਨਾਂ ਨੂੰ ਸੱਦਿਆ ਨਹੀਂ ਗਿਆ। ਸੁਖਪਾਲ ਸਿੰਘ ਖਹਿਰਾ ਚੇਨਈ ਦੇ ਵਿੱਚ ਨੇ ਕਿਸੇ ਇੱਕ ਪਾਰਟੀ ਸੰਬੰਧ ਦੇ ਵਿੱਚ। ਤਾਂ ਉੱਥੇ ਫਿਰ ਕਹਿੰਦੇ ਨੇ ਇਸ ਮੀਟਿੰਗ ਦੇ ਵਿੱਚ ਬਹੁਤ ਤਾਨੇ ਮਿਹਣੇ ਹੋਏ ਨੇ, ਨਿੱਜੀ ਪੱਧਰ ਤੇ ਜਿਹੜੇ ਸਵਾਲ ਉੱਠੇ ਨੇ, ਤੇ ਜਿਹੜੇ ਸਵਾਲ ਉੱਠੇ ਨੇ ਰਾਜਾ ਵੜਿੰਗ ਦੀ ਉਸ ਪ੍ਰਧਾਨਗੀ ਦੇ ਕਾਰਜਕਾਲ ਉੱਠੇ ਨੇ ਕਿ ਉਹ ਆਪਣੇ ਕਾਰਜਕਾਲ ਦੌਰਾਨ ਕਾਂਗਰਸੀ ਨੂੰ ਇਕੱਠੇ ਕਰਨ ਵਿੱਚ ਤੇ ਅਸਫਲ ਰਹੇ, ਸਗੋਂ ਉਹਨਾਂ ਨੂੰ ਹੋਰ ਤੋੜਨ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਜਦੋਂ ਹਰੀਸ਼ ਚੌਧਰੀ ਵੀ ਇੰਨੀ ਗੱਲ ਕਹਿ ਗਿਆ ਕਿ ਹਾਂ ਵੀ ਪਾਰਟੀ ਦੇ ਵਿੱਚ ਉੱਪਰੋਂ ਤਾਂ ਕਿਹਾ ਕਿ ਪਾਰਟੀ ਦੇ ਵਿੱਚ ਸਭ ਕੁਝ ਠੀਕ ਠਾਕ ਆ, ਕੋਈ ਇਹੋ ਜਿਹੀ ਗੱਲ ਨਹੀਂ, ਪਰ ਅੰਦਰੋਂ ਜਿਹੜੀਆਂ ਪਾਰਟੀਆਂ ਦੀਆਂ ਸਥਿਤੀਆਂ ਨੇ ਉਹਦੇ ਸੰਬੰਧੀ ਤਾਂ ਹਰੀਸ਼ ਚੌਧਰੀ ਵੀ ਜਾਣਦਾ, ਤੇ ਕੁਝ ਬਿਆਨ ਜਿਹੜੇ ਨੇ ਇਹੋ ਜਿਹੇ ਵੀ ਆਏ ਨੇ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਕਿ ਪਾਰਟੀ ਦੇ ਵਿੱਚ ਸਭ ਕੁਝ ਉੱਪਰ ਤੱਕ ਵੀ ਚੰਗਾ ਨਹੀਂ ਹੈ, ਹਾਈਕਮਾਨ ਨੂੰ ਸਖਤ ਫੈਸਲੇ ਜਿਹੜੇ ਲੈਣੇ ਚਾਹੀਦੇ ਨੇ। ਹੁਣ ਜਦੋਂ ਹਾਈਕਮਾਨ ਦੀ ਪਾਰਟੀ ਕਾਂਗਰਸ ਉਹ ਵੀ ਕਮਜ਼ੋਰ ਆ, ਪੰਜਾਬ ਦੀ ਕਾਂਗਰਸ ਵੀ ਬਤੌਰ ਪਾਰਟੀ ਪ੍ਰਧਾਨ ਰਾਜਾ ਵੜਿੰਗ ਕੁਝ ਵੀ ਕਰਨ ਤੋਂ ਅਸਮਰੱਥ ਨੇ, ਤਾਂ ਇਹੋ ਜਿਹੇ ਸਮੇਂ ਦੇ ਵਿੱਚ ਫਿਰ ਵੱਖ-ਵੱਖ ਸਾਬਕਾ ਵਿਧਾਇਕਾਂ ਵੱਲੋਂ ਨਵਜੋਤ ਸਿੱਧੂ ਨਾਲ ਜਿਹੜੀ ਜੇਲ੍ਹ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ, ਚਾਹੇ ਉਹ ਸੁਖਿੰਦਰ ਡੈਨੀ ਹੋਵੇ, ਚਾਹੇ ਗੁਰਜੀਤ ਔਜਲਾ ਹੋਣ, ਤਾਂ ਉਹ ਜਿਹੜੀਆਂ ਮੀਟਿੰਗਾਂ ਨੇ ਉਹ ਬੜੇ ਅਰਥ ਛੱਡਦੀਆਂ ਨੇ ਕਿ ਕਿਸ ਤਰੀਕੇ ਨਾਲ ਇੱਕ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਡਾ ਧੜਾ ਤਾਂ ਪਹਿਲਾਂ ਹੀ ਉਹ ਸੀ ਕਿ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਹਰਦੇ ਆ ਤਾਂ ਹਰਨ ਤੋਂ ਬਾਅਦ ਵੀ ਉਹ 30-40 ਵਿਧਾਇਕਾਂ ਦੇ ਨਾਲ ਪੰਜਾਬ ਦੇ ਹਰ ਜ਼ਿਲ੍ਹੇ ਦਾ ਦੌਰਾ ਕਰਦੇ ਨੇ, ਹਰ ਇਲਾਕੇ ਦਾ ਦੌਰਾ ਕਰਦੇ ਨੇ, ਤਾਂ ਉਹਦਾ ਜਿਹੜਾ ਕੱਟ ਸੀ ਉਹ ਵੱਡਾ ਹੁੰਦਾ ਗਿਆ। ਤਾਂ ਰਾਜਾ ਵੜਿੰਗ ਉਹਨਾਂ ਦਿਨਾਂ 'ਚ ਹੀ ਕਮਜ਼ੋਰ ਪੈਂਦੇ ਨਜ਼ਰ ਦਿਖਾਈ ਦਿੱਤੇ ਸਨ। ਤਾਂ ਹੁਣ ਉਹੀ ਧੜਾ ਸਗੋਂ ਹੋਰ ਲੋਕਾਂ ਨੇ ਜਿਨ੍ਹਾਂ ਨੇ ਹੁਣ ਰਾਜਾ ਵੜਿੰਗ ਦੇ ਕੰਮ ਨੂੰ ਵੇਖ ਲਿਆ, ਰਾਜਾ ਵੜਿੰਗ ਦੀ ਕਾਰਜਸ਼ੈਲੀ ਨੂੰ ਵੇਖ ਲਿਆ, ਉਹ ਹੁਣ ਦੁਬਾਰਾ ਨਵਜੋਤ ਸਿੱਧੂ ਵੱਲ ਜਾ ਰਹੇ ਨੇ, ਕਹਿ ਰਹੇ ਨੇ ਕਿ ਹਾਂ ਵੀ ਅਗਲੇ ਦਿਨਾਂ 'ਚ ਆਓ ਤਾਂ ਜੋ ਪਾਰਟੀ ਦੀ ਕੋਈ ਰੂਪ ਰੇਖਾ, ਪਾਰਟੀ ਦਾ ਮੂੰਹ ਮਹਾਂਦਰਾ ਜਿਹੜਾ ਸਵਾਰਿਆ ਜਾ ਸਕੇ। ਕਿਉਂਕਿ ਅਗਰ ਵੇਖਿਆ ਜਾਵੇ ਤਾਂ ਕਾਂਗਰਸ ਪਾਰਟੀ ਦੇ ਵਿੱਚ ਉਹਨੂੰ ਕੋਈ ਵੀ ਅਜਿਹਾ ਨੇਤਾ ਨਹੀਂ ਹੈਗਾ ਜਿਹੜਾ ਸਮੁੱਚੇ ਪੰਜਾਬ ਵਿੱਚ ਇੱਕ ਕਾਂਗਰਸ ਦਾ ਸਰਪ੍ਰਵਾਨਕ ਚਿਹਰਾ ਬਣ ਸਕੇ। ਪ੍ਰਤਾਪ ਸਿੰਘ ਬਾਜਵਾ ਠੀਕ ਸੁਲਝੇ ਹੋਏ ਲੀਡਰ ਨੇ, ਐਲਓਪੀ ਹਨ, ਪਰ ਜੇਕਰ ਵੇਖਿਆ ਜਾਏ ਤਾਂ ਉਹਨਾਂ ਦੀ ਆਪਣੇ ਹਲਕੇ ਤੋਂ ਬਾਹਰ ਕੋਈ ਉਨੀ ਜ਼ਿਆਦਾ ਮਹੱਤਤਾ ਨਹੀਂ ਹੈਗੀ ਕਿ ਉਹ ਜਾ ਕੇ ਇੱਕ ਪ੍ਰਭਾਵਸ਼ਾਲੀ ਚਿਹਰੇ ਦੇ ਰੂਪ 'ਚ ਸਥਾਪਿਤ ਹੋ ਸਕਣ। ਤਾਂ ਇਸ ਕਾਰਨ ਸਾਰੀ ਟੇਕ ਜਿਹੜੀ ਆ ਕਾਂਗਰਸ ਦੇ ਸਾਬਕਾ ਸੀਨੀਅਰ ਨੇਤਾਵਾਂ ਦੀ ਜਾ ਕੇ ਪਟਿਆਲਾ ਜੇਲ੍ਹ ਤੇ ਮੁੱਕਦੀ ਆ ਕਿ ਹਾਂ ਵੀ ਜਿਹੜਾ ਅੰਦਰ ਬੈਠਾ ਬੰਦਾ ਉਹ ਕਦੋਂ ਬਾਹਰ ਆਊਗਾ, ਮਹੀਨੇ 2 ਨੂੰ ਆ ਜਾਊਗਾ। ਤਾਂ ਉਹ ਜਿਹੀ ਸਥਿਤੀ ਦੇ ਵਿੱਚ ਆਣ ਕੇ ਉਸ ਨੂੰ ਕਾਂਗਰਸ ਦੀ ਵਾਗਡੋਰ ਸੰਭਾਲਣੀ ਚਾਹੀਦੀ ਆ। ਦੂਜੇ ਪਾਸੇ ਕਾਂਗਰਸ ਹਾਈਕਮਾਨ ਨੇ ਵੀ ਵੱਖ-ਵੱਖ ਪ੍ਰਯੋਗ ਕਰਕੇ ਵੇਖ ਲਿਆ, ਦਲਿਤ ਕਾਰਡ ਦੇ ਰੂਪ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਕਰਕੇ ਵੇਖ ਲਿਆ, ਫੇਲ ਹੋ ਗਈ ਹਾਈਕਮਾਨ। ਦੂਜੇ ਪਾਸੇ ਰਾਜਾ ਵੜਿੰਗ ਨੂੰ ਵੇਖ ਲਿਆ, ਨੌਜਵਾਨੀ ਚਿਹਰਾ, ਉਹ ਵੀ ਵੇਖ ਰਿਹਾ ਕਿ ਕਾਂਗਰਸ ਨੂੰ ਨੌਜਵਾਨੀ ਚਿਹਰਾ ਦੇਣ ਦੇ ਬਾਵਜੂਦ ਕਿਸ ਤਰੀਕੇ ਨਾਲ ਖੋਰਾ ਲੱਗਾ, ਸਾਰਿਆਂ ਨੂੰ ਇਕੱਠੇ ਰੱਖਣ ਵਿੱਚ ਅਸਮਰੱਥ ਰਿਹਾ। ਤਾਂ ਫਿਰ ਹੋ ਸਕਦਾ ਕਿ ਟੇਕ ਜਿਹੜੀ ਨਵਜੋਤ ਸਿੱਧੂ ਤੇ ਲੱਗੇ। ਬੇਸ਼ੱਕ ਨਵਜੋਤ ਸਿੱਧੂ ਤੇ ਵੀ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਜਿਹੜੇ ਲੱਗਦੇ ਰਹੇ ਨੇ ਕਿ ਹਾਂ ਵੀ ਇਹ ਟੀਮ ਲੀਡਰ ਨਹੀਂ ਹੈ, ਇਸ ਤਰ੍ਹਾਂ ਆ, ਇਦਾਂ ਆ, ਪਰ ਇਹ ਸਭ ਦੇ ਬਾਵਜੂਦ ਇੱਕ ਗੱਲ ਉਹਦੇ ਹੱਕ 'ਚ ਇਹ ਜਾਂਦੀ ਆ ਕਿ ਉਹ ਬੰਦਾ ਇਮਾਨਦਾਰ ਆ, ਤੇ ਸ਼ਾਇਦ ਇਮਾਨਦਾਰੀ ਕਰਕੇ ਹੀ ਉਸ ਦਾ ਗੁਣ ਗਾਏ ਜਾਂਦੇ ਨੇ। ਕਾਂਗਰਸ ਹਾਈਕਮਾਨ ਵੀ ਉਸ ਨਾਲ ਅੱਖਾਂ ਨੀਵੀਆਂ ਕਰਕੇ ਗੱਲ ਕਰਦੀ ਆ। ਸੋ ਅਜਿਹੇ ਸਾਰੀਆਂ ਸਥਿਤੀਆਂ ਦੇ ਵਿੱਚ ਹੋ ਸਕਦਾ ਕਿ ਜਦੋਂ ਨਵਜੋਤ ਸਿੱਧੂ ਬਾਹਰ ਆਉਣ ਤੇ ਕਾਂਗਰਸ ਫਿਰ ਉਹਨਾਂ ਤੇ ਦਾ ਖੇਡੇ। ਪਰ ਸੁਖਵਿੰਦਰ ਜੀ, ਵੱਡਾ ਪ੍ਰਸ਼ਨ ਇਹ ਆ ਕਿ ਨਵਜੋਤ ਸਿੱਧੂ ਫਿਰ ਇਸ ਮੁੱਦੇ ਨਾਲ ਸਹਿਮਤ ਹੋ ਜਾਊਗਾ ਕਿ ਜਦੋਂ ਪਿਛਲੇ ਦੌਰ ਦੇ ਵਿੱਚ ਜਿਸ ਤਰੀਕੇ ਨਾਲ ਚੰਨੀ ਦੀ ਪ੍ਰਧਾਨਗੀ ਤੋਂ ਲੈ ਕੇ ਤੇ ਅੱਜ ਤੱਕ ਜਿਸ ਤਰੀਕੇ ਨਾਲ ਕਾਂਗਰਸ ਹਾਈਕਮਾਨ ਨੇ ਉਸ ਨੂੰ ਬੈਕਫੁੱਟ ਤੇ ਸੁੱਟਿਆ, ਜਿਸ ਤਰੀਕੇ ਨਾਲ ਜਿਹੜੇ ਹਿਸਾਬ ਦੇ ਨਾਲ ਭਗਵੰਤ ਮਾਨ ਸਫਾਈ ਕਰ ਰਹੇ ਆ ਕਾਂਗਰਸ ਦੀ, ਨਵਜੋਤ ਸਿੱਧੂ ਦੇ ਬਾਹਰ ਆਉਣ ਤੱਕ ਤਾਂ ਕਾਂਗਰਸ ਬਿਲਕੁਲ ਨਵੀਂ ਬਣ ਜਾਣੀ ਆ। ਮੈਨੂੰ ਲੱਗਦਾ ਹੈ ਹੋ ਸਕਦਾ ਕਿ ਸਿੱਧੂ ਫਿਰ ਕਿਸੇ ਹਿਸਾਬ ਦੇ ਨਾਲ ਕਰ ਲੈਣਾ। ਸੁਖਵਿੰਦਰ ਜੀ, ਮੈਂ ਉਹ ਨਹੀਂ ਗੱਲ ਕਰ ਰਿਹਾ, ਮੈਂ ਕਾਂਗਰਸ ਦੀ ਤੇ ਗੱਲ ਹੀ ਨਹੀਂ ਕਰ ਰਿਹਾ, ਮੈਂ ਨਵਜੋਤ ਸਿੱਧੂ ਦੀ ਗੱਲ ਕਰ ਰਿਹਾ ਕਿ ਨਵਜੋਤ ਸਿੱਧੂ ਫਿਰ ਦੁਬਾਰਾ, ਕਿਉਂਕਿ ਆਪਾਂ ਇਸ ਕਰਕੇ ਸੋਚ ਰਹੇ ਹਾਂ ਕਿ ਕਾਂਗਰਸ ਜਿਹੜੀ ਹੈ ਇਸ ਵਕਤ ਜਿਹੋ ਜਿਹੀ ਕਾਂਗਰਸ ਦੇ ਵਿੱਚ ਲੀਡਰਸ਼ਿਪ ਹੈਗੀ ਆ, ਉਹਨਾਂ ਬੰਦਿਆਂ ਦੇ ਕਰਕੇ ਹੋ ਸਕਦਾ ਕਿ ਨਵਜੋਤ ਨਾ ਕਬੂਲ ਕਰਨ। ਤੁਸੀਂ ਇਹ ਗੱਲ ਕਹਿ ਰਹੇ ਹੋ, ਪਰ ਮੈਨੂੰ ਲੱਗਦਾ ਕਿ ਜਦੋਂ ਉਹ ਬੰਦੇ ਰਹਿਣ ਹੀ ਨਹੀਂ ਜਿਸ ਤਰੀਕੇ ਨਾਲ ਸਫਾਈ ਭਗਵੰਤ ਮਾਨ ਦੇ ਵੱਲੋਂ ਕੀਤੀ ਜਾ ਰਹੀ ਹੈ, ਤਾਂ ਫਿਰ ਮੈਨੂੰ ਲੱਗਦਾ ਕਿ ਸਾਫ਼ ਸੁਥਰੀ ਜੇ ਕਾਂਗਰਸ ਹੋ ਜਾਂਦੀ ਹੈ ਤਾਂ ਸਿੱਧੂ ਨੂੰ ਕੋਈ ਅਰਥ ਨਹੀਂ ਹੋਊਗਾ। ਹਾਂ ਸੁਖਵਿੰਦਰ ਜੀ, ਬਿਲਕੁਲ ਇਸ ਮੁੱਦੇ ਤੇ ਤਾਂ ਬਣ ਸਕਦੀ ਗੱਲ ਹੋ ਸਕਦੀ ਕਿ ਕਾਂਗਰਸ ਸਫਾਈ ਹੋ ਜਾਏ, ਪਰ ਜਿਹੜੀ ਕਾਂਗਰਸ ਹਾਈਕਮਾਨ ਨਾਲ ਕਿਸੇ ਸੂਰਤ ਵਿੱਚ ਨਵਜੋਤ ਸਿੱਧੂ ਦੀ ਨਾਰਾਜ਼ਗੀ ਆ ਉਹ ਵੀ ਬੜੀ ਮਹੱਤਵਪੂਰਨ ਆ, ਉਸ ਨੂੰ ਵੀ ਸਾਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਬੀਤੇ ਸ਼ਾਮ ਜੋ ਗੱਲ ਆ ਨਾ, ਹੁਣ ਜੋ ਆਪਣੇ ਸੂਤਰ ਦੱਸਦੇ ਨੇ, ਹੁਣ ਪੂਰੀ ਹਾਈਕਮਾਨ ਜਿਹੜੀ ਆ ਉਹ ਵਿਛ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਦਿਖਦਾ ਕੱਖ ਨਹੀਂ। ਔਰ 24 ਦੇ ਵਿੱਚ ਨਵਜੋਤ ਸਿੰਘ ਸਿੱਧੂ ਵਰਗਾ ਇੱਕ ਸਟਾਰ ਪ੍ਰਚਾਰਕ ਤੇ ਇੱਕ ਮਨਮੋਹਨ ਸਿੰਘ ਤੋਂ ਬਾਅਦ
ਕੋਈ ਉਹਨਾਂ ਦੇ ਕੋਲ ਇੰਨਾ ਪ੍ਰਭਾਵਸ਼ਾਲੀ ਸਿੱਖ ਚਿਹਰਾ ਨਾ ਹੋਣਾ, ਉਹ ਵੀ ਜਿਹੜਾ ਉਹਨਾਂ ਨੂੰ ਖਟਕ ਰਿਹਾ ਹੈ। ਔਰ ਨਵਜੋਤ ਸਿੰਘ ਸਿੱਧੂ ਤੇ ਉਹ ਦਾ ਖੇਡਣ ਦੀ ਤਿਆਰੀ ਚ ਨੇ। ਮੈਂ ਬਿਲਕੁਲ ਬਿਲਕੁਲ ਹਾਈ ਕਮਾਨ ਤਾਂ ਇਹ ਚਾਹੇਗੀ, ਹਾਈ ਕਮਾਨ ਨੂੰ ਤਾਂ ਇਹ ਲੋੜ ਹੈਗੀ, ਹਾਈ ਕਮਾਨ ਤਾਂ ਹਰ ਲੋੜ ਵਕਤ ਪੈਣ ਨਵਜੋਤ ਸਿੱਧੂ ਨੂੰ ਵਰਤਦੀ ਰਹੀ ਹੈ। ਮੈਂ ਇਹ ਸ਼ਬਦ ਕਹਿ ਰਿਹਾ, ਮੈਂ ਜਿਹੜੀ ਗੱਲ ਸੁੱਟ ਰਿਹਾ, ਮੈਂ ਨਵਜੋਤ ਸਿੱਧੂ ਦੀ ਕਹਿ ਰਿਹਾ ਕਿ ਨਵਜੋਤ ਸਿੱਧੂ ਉਹਨਾਂ ਨਾਲ ਮਿਲ ਕੇ ਚੱਲਣ ਨੂੰ ਤਿਆਰ ਹੋਣਗੇ। ਪ੍ਰਸ਼ਨ ਇਹ ਆ, ਮੈਂ ਇਸ ਪ੍ਰਸ਼ਨ ਤੇ ਜ਼ੋਰ ਦੇ ਰਿਹਾ, ਕਾਂਗਰਸ ਹਾਈ ਕਮਾਨ ਨੂੰ ਪਤਾ ਕਿ ਡਾਕਟਰ ਮਨਮੋਹਨ ਸਿੰਘ ਤੋਂ ਬਾਅਦ ਜੇਕਰ ਇੱਕ ਸਰਬਪ੍ਰਵਾਨਿਤ ਚਿਹਰਾ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੀ ਭਾਰਤ ਦੀ ਸਮੁੱਚੀ ਕਾਂਗਰਸ ਹਾਈ ਕਮਾਨ ਨੂੰ ਜਿਹੜਾ ਤਾਂ ਇੱਕ ਸਿੱਖ ਚਿਹਰਾ ਵੀ ਤਾਂ ਚਾਹੀਦਾ ਹੈਗਾ, ਤਾਂ ਉਹ ਚਿਹਰਾ ਨਵਜੋਤ ਸਿੱਧੂ ਤੋਂ ਵੱਧ ਹੋਰ ਹੋ ਕਿਹੜਾ ਸਕਦਾ। ਪਰ ਪ੍ਰਸ਼ਨ ਜਿਹੜਾ ਆ ਕਿ ਜਦੋਂ ਨਵਜੋਤ ਸਿੱਧੂ ਤੇ ਆ ਕੇ ਟੇਕਦਾ ਕਿ ਨਵਜੋਤ ਸਿੱਧੂ ਇਸ ਪ੍ਰਧਾਨਗੀ ਨੂੰ ਸਵੀਕਾਰ ਕਰਨਗੇ, ਕਿਉਂਕਿ ਮੈਨੂੰ ਜੋ ਲੱਗਦਾ ਕਿ ਬੀਤੇ 6 ਮਹੀਨਿਆਂ ਦੌਰਾਨ ਕਾਂਗਰਸ ਹਾਈ ਕਮਾਨ ਨੇ ਕਦੇ ਨਵਜੋਤ ਸਿੱਧੂ ਦੀ ਸਾਰ ਨਹੀਂ ਲਈ। ਜੋ ਜਨਤਕ ਤੌਰ ਤੇ ਸਾਹਮਣੇ ਆਉਂਦਾ, ਕਾਂਗਰਸ ਦਾ ਪਾਰਟੀ ਪ੍ਰਧਾਨ ਆ ਜਿਹੜਾ ਰਾਜਾ ਵੜਿੰਗ, ਇਹਨੇ ਕਦੀ ਜਾ ਕੇ ਮਿਲਣ ਨੂੰ ਉੱਥੇ ਜਾ ਕੇ ਕੋਸ਼ਿਸ਼ ਨਹੀਂ ਕੀਤੀ। ਇੱਕ ਵਾਰੀ ਕੋਸ਼ਿਸ਼ ਕੀਤੀ, ਉਹਨੇ ਇਨਕਾਰ ਕਰ ਦਿੱਤਾ ਕਿ ਮੈਂ ਨਹੀਂ ਤੈਨੂੰ ਮਿਲਣਾ, ਕਿਉਂਕਿ ਉਹ ਬੰਦਾ ਸਿਧਾਂਤਾਂ ਦੇ ਅਨੁਸਾਰ ਚੱਲਦਾ। ਬਾਕੀ ਪਰਦੇ ਦੇ ਪਿੱਛੇ ਰਾਜਨੀਤੀ ਕੀ ਆ ਸੁਖਵਿੰਦਰ ਜੀ, ਉਹ ਮੈਂ ਨਹੀਂ ਜਾਣਦਾ। ਪਰ ਨਵਜੋਤ ਸਿੱਧੂ ਵਰਗਾ ਬੰਦਾ ਅਜਿਹਾ ਵਿਅਕਤੀ ਜਿਹਨੇ ਆਪਣੇ ਸਿਧਾਂਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ, ਜਾਂਦੀ ਕੁਰਸੀ ਤੇ ਜਾਵੇ, ਪ੍ਰਧਾਨਗੀ ਜਾਂਦੀ ਹੈ ਜਾਵੇ, ਨਹੀਂ ਜਾਂਦੀ ਜੋ ਮਰਜ਼ੀ ਜਾਵੇ। ਤਾਂ ਇਹੋ ਜਿਹੇ ਸੰਦਰਭਾਂ ਦੇ ਵਿੱਚ ਉਹ ਵਿਅਕਤੀ ਜੇਕਰ ਕਾਂਗਰਸ ਦੀ ਇਸ ਪ੍ਰਧਾਨਗੀ ਨੂੰ ਜ਼ਿੰਮੇਵਾਰੀ ਨੂੰ ਸਵੀਕਾਰ ਕਰਦਾ, ਤਾਂ ਫਿਰ ਸੁਖਵਿੰਦਰ ਜੀ ਉਹ ਆਪਣੀਆਂ ਸ਼ਰਤਾਂ ਤੇ ਕਰੂਗਾ, ਉਸੇ ਤਰੀਕੇ ਨਾਲ ਹੀ ਕਰੂਗਾ ਜਿਸ ਤਰ੍ਹਾਂ ਉਹਨੇ ਪਹਿਲਾਂ ਕਿਹਾ ਕਿ ਮੈਂ ਦਰਸ਼ਨੀ ਘੋੜਾ ਨਹੀਂ ਬਣਨਾ, ਮੈਂ ਇੱਟ ਖੜਕਾ ਦੂੰਗਾ। ਸਥਿਤੀਆਂ ਫਿਰ ਇਹ ਹੋਣਗੀਆਂ ਜੀ। ਤਾਂ ਆਸ਼ੂ ਦੇ ਕਰਕੇ ਰਾਜਾ ਵੜਿੰਗ ਵਾਕਈ ਇਸ ਤਰੀਕੇ ਦੇ ਨਾਲ ਫਸਦੇ ਜਾ ਰਹੇ, ਕਿਉਂਕਿ ਜਿਵੇਂ ਸੁਖਪਾਲ ਖਹਿਰੇ ਨੇ ਕਿਹਾ ਸੀ ਕਿ ਜੇ ਅਸੀਂ ਗਲਤ ਬੰਦੇ ਦਾ ਸਾਥ ਦੇਵਾਂਗੇ ਤਾਂ ਮੈਨੂੰ ਲੱਗਦਾ ਲੋਕਾਂ ਦੇ ਵਿੱਚ ਜਿਹੜਾ ਕੱਟੇ ਜਾਵਾਂਗੇ। ਤਾਂ ਅਗਲੀ ਖਬਰ ਅੰਕਿਤ ਸਾਹਿਬ ਆਪਾਂ ਲੈ ਲੈਂਦੇ ਹਾਂ। ਅਗਲੀ ਖਬਰ ਸੁਖਬੀਰ ਸਿੰਘ ਬਾਦਲ ਜਿਹੜੇ ਆ, ਉਹ ਉਹਨਾਂ ਦਾ ਵੱਡਾ ਇੱਕ ਝੂਠ ਜਿਹੜਾ ਫੜਿਆ ਗਿਆ। ਕੱਲ ਉਹ ਕਹਿੰਦੇ ਸੀ, ਹਾਲਾਂਕਿ ਹੁਣ ਤਾਂ ਸੰਮਨ ਉਹਨਾਂ ਨੂੰ ਦੁਬਾਰਾ SIT ਦੇ ਵੱਲੋਂ ਕਰ ਦਿੱਤਾ ਗਿਆ ਤੇ SIT ਨੇ ਉਹਨਾਂ ਨੂੰ 14 ਸਤੰਬਰ ਦੀ ਜਿਹੜੀ ਤਰੀਕ ਦੁਬਾਰਾ ਪੇਸ਼ ਹੋਣ ਨੂੰ ਦੇ ਦਿੱਤੀ ਗਈ ਆ। ਕੱਲ ਸੁਖਬੀਰ ਬਾਦਲ ਦੇ ਵੱਲੋਂ ਪੇਸ਼ ਹੋਣਾ ਸੀਗਾ 30 ਅਗਸਤ ਨੂੰ, ਯਾਨੀ ਕਿ 10:30 ਵਜੇ SIT ਦੇ ਅੱਗੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ। ਪਰ ਉਹ ਕਹਿੰਦੇ ਕਿ ਮੈਨੂੰ ਤਾਂ ਸੰਮਣ ਹੀ ਨਹੀਂ ਮਿਲਿਆ। ਪਰ ਹੁਣ SIT ਸਾਹਮਣੇ ਆਈ ਹੈ, ਉਹ ਕਹਿੰਦੇ ਕਿ ਅਸੀਂ ਸੰਮਣ 2 ਵਾਰੀ ਲੈ ਕੇ ਗਏ, ਸਾਡੇ ਅਫਸਰ ਕਹਿੰਦੇ ਉਹਨਾਂ ਨੇ ਤਮੀਲ ਨਹੀਂ ਜਿਹੜੇ ਆ ਉਹ ਨਹੀਂ ਕੀਤੇ, ਰਿਸੀਵ ਨਹੀਂ ਕੀਤੇ ਕਿ ਸੁਖਬੀਰ ਸਿੰਘ ਬਾਦਲ ਤਾਂ ਜੀ ਬਾਹਰ ਗਏ ਹੋਏ ਆ। ਦੂਜੇ ਪਾਸੇ ਕਹਿੰਦੇ ਜਿਹੜੇ ਇਹਨਾਂ ਦੇ ਨਾਲ ਵਿਨੀਤਪਾਲ ਹੈਪੀ ਜਿਹੜੇ ਮਾਨ ਰਹਿੰਦੇ ਆ, ਉਹਨਾਂ ਦੇ ਨਾਲ ਕਹਿੰਦੇ ਉਹਨਾਂ ਨੂੰ ਵੀ WhatsApp ਤੇ ਜਿਹੜੇ ਸੰਮਣ ਭੇਜੇ ਗਏ ਸੀਗੇ, ਉਹਨਾਂ ਨੇ ਵੀ ਕਹਿੰਦੇ ਗੱਲ ਕਬੂਲੀ ਹੈ। ਤਾਂ ਫਿਰ ਕਿਵੇਂ ਦੇਖਦੇ ਹੋ ਸੁਖਬੀਰ ਸਿੰਘ ਬਾਦਲ ਦਾ ਇਹ ਝੂਠ ਜਿਹੜਾ, ਇਸ ਨੂੰ ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਝੂਠ ਦੇ ਸੰਬੰਧੀ ਤਾਂ ਮੈਂ ਕੱਲ ਹੀ ਗੱਲ ਕਰਤੀ ਸੀ। ਵਿਜੀਲੈਂਸ ਨੂੰ ਇਹ ਚਾਹੀਦਾ ਹੈ ਕਿ ਵਿਜੀਲੈਂਸ ਬਿਆਨ ਆ ਜਿਹੜਾ ਹੈ ਸੀ ਸੰਮਣ ਆਪਣੇ ਬੰਦਿਆਂ ਦੀ ਬਚਾਏ ਕਿ ਕਾਂਗਰਸ ਦੇ ਜੀ SIT ਦੇ ਜਿਹੜੇ ਸੰਮਨ ਜਿਹੜੇ ਜਾਰੀ ਕੀਤੇ ਸੀ, ਉਹ ਇਸ ਤਰੀਕੇ ਨਾਲ ਕਰਦੇ ਕਿ ਸੁਖਬੀਰ ਬਾਦਲ ਨੂੰ ਲੱਭ ਕੇ ਜਾ ਕੇ ਉਹਦੇ ਹੱਥ 'ਚ ਫੜਾ ਕੇ ਆਉਂਦੇ ਕਿ ਸੁਖਬੀਰ ਬਾਦਲ ਸਾਹਿਬ ਆਹ ਸੰਮਨ ਜੇ, ਕਿਉਂਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ, ਕਦੀ ਵਿਦੇਸ਼ 'ਚ ਨੇ, ਕਦੇ ਕਿਤੇ ਨੇ। ਸੋ ਇਸ ਕਰਕੇ SIT ਦੇ ਅਧਿਕਾਰੀਆਂ ਦੀ ਇਹ ਗਲਤੀ ਕਹੀ ਜਾ ਸਕਦੀ, ਉਹਨਾਂ ਨੇ ਨਿੱਜੀ ਤੌਰ ਤੇ ਸੁਖਬੀਰ ਬਾਦਲ ਦੀ ਜੇਬ 'ਚ ਕਿਉਂ ਨਹੀਂ ਪਾਈ। ਮਤਲਬ ਪ੍ਰਸ਼ਨ ਤਾਂ ਇਹ ਹੈ, ਪਹਿਲਾਂ ਤਾਂ ਉਹ ਸਾਫ਼ ਝੂਠ ਬੋਲਦਾ ਕਿ ਸੰਮਨ ਮਿਲੇ ਨਹੀਂ। ਕੱਲ ਕਹਿਤਾ ਜੀ ਮੇਰੇ ਕੋਲ ਹੁਣ ਟਾਈਮ ਨਹੀਂ, ਤੇ ਮੈਨੂੰ ਅਗਲਾ ਟਾਈਮ ਦਿੱਤਾ ਜਦ ਮੈਂ ਫਿਰੋਜ਼ ਜੀਰਾ ਦੀ ਕੋਰਟ ਦੇ ਵਿੱਚ ਪੇਸ਼ ਹੋਣਾ। ਸੁਖਵਿੰਦਰ ਜੀ, ਸੁਖਬੀਰ ਸਿੰਘ ਬਾਦਲ ਦੇ ਇਹ ਜੇ ਝੂਠ ਜਿਹੜੇ ਨੇ ਇਹ ਹੁਣੇ ਸਾਹਮਣੇ ਨਹੀਂ ਆਏ, ਬੀਤੇ ਲੰਮੇ ਸਮੇਂ ਤੋਂ ਇਹੋ ਜਿਹੇ ਝੂਠ ਹੀ ਬੋਲਦੇ ਰਹੇ ਆ, ਜਿਸ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਹੋਇਆ। ਪਹਿਲਾਂ ਤੁਸੀਂ ਇਨਕਾਰ ਕਰ ਰਹੇ ਜੇ ਕਿ ਸੰਮਨ ਸਾਡੇ ਕੋਲ ਪਹੁੰਚੇ ਨਹੀਂ, ਫਿਰ ਤੁਸੀਂ ਦੂਜੇ ਪਾਸੇ ਇਹ ਵੀ ਕਹਿ ਦਿੰਦੇ ਜੇ ਕਿ ਇਹੋ ਜਿਹੇ ਸੰਮਨ ਹਜ਼ਾਰਾਂ ਬੰਦਿਆਂ ਨੂੰ ਆਉਂਦੇ ਨੇ, ਫਿਰ ਤੁਸੀਂ ਕਹਿ ਦਿੰਦੇ ਕਿ ਮੈਨੂੰ ਅਗਲੀ ਤਰੀਕ ਦੇ ਦਿਓ, ਮੈਂ ਹੁਣ ਜੀਰਾ ਕੋਰਟ 'ਚ ਜਾਣਾ, ਮੇਰੇ ਕੋਲ ਟਾਈਮ ਨਹੀਂ। ਸੋ ਤੇ ਤੀਸਰੇ ਪਾਸੇ ਇਹ ਵੀ ਕਹਿ ਦੇਣਾ, ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਉੱਥੇ ਉਹ ਜ਼ਿੰਮੇਵਾਰੀ ਜਿਹੜੀ SDM ਨੇ ਲੈ ਲਈ ਆ। ਹੁਣ SDM ਨੇ ਜ਼ਿੰਮੇਵਾਰੀ ਲਈ ਜਾਂ ਨਹੀਂ ਲਈ, ਤੁਹਾਨੂੰ ਜੇਕਰ SIT ਕਾਲ ਕਰਦੀ ਹੈ ਤੇ ਤੁਹਾਡਾ ਉੱਥੇ ਪਹੁੰਚਣਾ ਜ਼ਰੂਰੀ ਆ। ਤੇ ਜੇ ਤੁਸੀਂ ਇਹੋ ਜਿਹੀ ਬਹਾਨੇਬਾਜ਼ੀ ਕਰਦੇ ਜੇ ਤਾਂ ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਕਿ ਸੁਖਬੀਰ ਬਾਦਲ ਝੂਠ ਬੋਲ ਰਿਹਾ, ਇਸ ਗੱਲ ਦਾ ਕੋਈ ਸ਼ੱਕ ਨਹੀਂ, ਉਹ 100 ਵਾਰੀ ਕਹੀ ਜਾਵੇ। ਕੱਲ ਵੀ ਲੋਕਾਂ ਨੂੰ ਪਤਾ ਸੀ ਕਿ ਇਹਨੇ ਉਸ ਤਰੀਕ ਤੇ ਪੇਸ਼ ਨਹੀਂ ਹੋਣਾ, ਤੇ ਝੂਠ ਤਾਂ ਚਲੋ ਫੜਿਆ ਹੀ ਗਿਆ, ਪਰ ਇਸ ਝੂਠ ਦਾ ਉਹਨਾਂ ਸੁਖਬੀਰ ਸਿੰਘ ਬਾਦਲ ਨੂੰ ਫਾਇਦਾ ਨਹੀਂ ਹੋਣਾ ਜਿੰਨਾ ਨੁਕਸਾਨ ਹੋਣਾ, ਕਿਉਂਕਿ ਅੱਜ ਤੱਕ ਪੰਜਾਬ ਦੇ ਲੋਕਾਂ ਨੇ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੀ ਇਸ ਪ੍ਰਵਿਰਤੀ ਨੂੰ ਜਾਣ ਲਿਆ ਕਿ ਕਿਸ ਤਰੀਕੇ ਨਾਲ ਉਹ ਮੁੱਦਿਆਂ ਤੋਂ ਪਿੱਛੇ ਬੈਕਫੁੱਟ ਤੇ ਹਟਦੇ ਨੇ, ਮੁੱਦਾ ਛੇੜ ਕੇ ਜਦੋਂ ਗੱਲ ਨਹੀਂ ਹੁੰਦੀ, ਗੱਲ ਤੇ ਉਸ ਗੱਲ ਤੇ ਪ੍ਰਤੀ ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦੇਣਾ ਹੁੰਦਾ। ਹੁਣ 14 ਤਰੀਕ ਨੂੰ ਉਹਨਾਂ ਨੇ ਕਿਹਾ ਕਿ 14 ਤਰੀਕ ਨੂੰ SIT ਮੈਂ ਸੰਮਨ ਕਰ ਦਿੱਤਾ ਕਿ 14 ਤਰੀਕ ਨੂੰ ਮੈਂ ਪੇਸ਼ ਹੋਵਾਂਗਾ। ਹੁਣ ਉਦੋਂ ਤੱਕ ਵੇਖਿਆ ਜਾਏਗਾ ਕਿ ਸੁਖਬੀਰ ਸਿੰਘ ਬਾਦਲ ਕੀ ਤਿਆਰੀ ਕਰਦੇ ਨੇ। ਪਰ ਕੱਲ ਉਹਨਾਂ ਨੇ SIT ਦੇ ਸਾਹਮਣੇ ਪੇਸ਼ ਨਾ ਹੋ ਕੇ ਇੱਕ ਹੋਰ ਜਿਹੜਾ ਮੁੱਦਾ ਵਿਰੋਧੀ ਪਾਰਟੀਆਂ ਨੂੰ ਦਿੱਤਾ ਹੀ ਦਿੱਤਾ, ਉਹ ਤਾਂ ਚਲੋ ਇੱਕ ਰਾਜਨੀਤੀ ਹੈ, ਪਰ ਪੰਜਾਬ ਦੇ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਇਮੇਜ ਆ ਉਹ ਹੋਰ ਡਾਊਨ ਗਈ ਆ। ਉਹ ਪਾਰਟੀ ਜਿੱਥੇ ਉਹਦੀ ਪ੍ਰਧਾਨਗੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਉੱਠ ਰਹੇ ਨੇ, ਲੋਕ ਪ੍ਰਧਾਨਗੀ ਤੋਂ ਅਸਤੀਫਾ ਮੰਗ ਰਹੇ ਨੇ ਅਕਾਲੀ ਵਰਕਰ, ਤਾਂ ਇਹੋ ਜਿਹੇ ਦੌਰ ਦੇ ਵਿੱਚ ਜਦੋਂ ਉਹ ਸੱਚਾਈ ਦਾ ਸਾਹਮਣਾ ਕਰਨ ਦੀ ਬਜਾਏ ਝੂਠ ਦਾ ਸਹਾਰਾ ਲੈ ਰਹੇ ਨੇ,
ਤਾਂ ਫਿਰ ਸੁਖਵਿੰਦਰ ਜੀ ਉਹਨਾਂ ਤੇ ਇਲਜ਼ਾਮ ਫਰੋਸ਼ੀ ਹੋਰ ਲੱਗੇਗੀ, ਫਿਰ ਹੋਰ ਉਹਨਾਂ ਦੇ ਸ਼ੱਕ ਜ਼ਾਹਿਰ ਹੋਣਗੇ ਕਿ ਵਾਕਿਆ ਹੀ ਜੋ 12-13 ਅਕਤੂਬਰ 2015 ਨੂੰ ਬਹਿਬਲ ਕਲਾਂ ਕਾਂਡ ਵਿਖੇ ਹੋਇਆ, ਕਿਤੇ ਨਾ ਕਿਤੇ ਫਿਰ ਜ਼ਿੰਮੇਵਾਰੀ ਉਸੇ ਵਿਅਕਤੀ ਦੀ ਆ, ਤਾਂ ਉਹ ਹੁਣ ਜ਼ਿੰਮੇਵਾਰੀ ਤੋਂ ਭੱਜਦਾ ਕਿਉਂ ਆ, ਜਾਂ ਤੱਥਾਂ ਦਾ ਸਾਹਮਣਾ ਕਰਨ ਤੋਂ ਉਹ ਲੁਕ ਕਿਉਂ ਰਿਹਾ? ਕਿਉਂਕਿ ਆਮ ਸੁਖਵਿੰਦਰ ਜੀ ਪ੍ਰੈਸ ਦੇ ਸਾਹਮਣੇ ਬਿਆਨ ਦੇਣੀ ਗੱਲ ਹੋਰ ਹੁੰਦੀ ਆ, ਤੇ ਜਦੋਂ SIT ਦੇ ਸਾਹਮਣੇ ਬੰਦਾ ਬਿਆਨ ਦਿੰਦਾ, ਉਦੋਂ ਜਦੋਂ ਉੱਥੇ ਪੁੱਛਗਿੱਛ ਹੁੰਦੀ ਆ, ਉੱਥੇ ਸਥਿਤੀ ਕੁਝ ਹੋਰ ਹੁੰਦੀ ਆ। ਤੁਹਾਨੂੰ ਯਾਦ ਹੋਵੇਗਾ ਕਿ 1 ਘੰਟੇ ਵਾਸਤੇ ਸੁਮੇਧ ਸਿੰਘ ਸੈਣੀ ਨੂੰ ਵਿਜੀਲੈਂਸ ਬਿਊਰੋ ਨੇ ਸੱਦਿਆ ਤੇ 1 ਘੰਟੇ ਜੀ ਉਹ ਗਸ਼ ਖਾ ਕੇ ਉੱਥੇ ਥੱਲੇ ਡਿੱਗ ਪਿਆ ਸੀ। ਜਦੋਂ SIT ਆਪਣੇ ਤਰੀਕੇ ਨਾਲ ਸਵਾਲ ਕਰਦੀ ਆ, ਤੁਹਾਨੂੰ ਇਹ ਵੀ ਯਾਦ ਹੋਵੇਗਾ ਜਦੋਂ ED ਨੇ ਬਿਕਰਮ ਸਿੰਘ ਮਜੀਠੀਆ ਨੂੰ ਸੱਦਿਆ ਉਹਦੇ ਕੋਰਟ ਦੇ ਵਿੱਚ 23-24 ਦਸੰਬਰ ਸੀ, ਸਿਆਲ ਦਾ ਪੂਰੀ ਠੰਡ ਸੀ ਉਹਨਾਂ ਦਿਨਾਂ 'ਚ, ਤੇ ਜਦੋਂ ਸ਼ਾਮੀ 4 ਵਜੇ ਇੰਟਰੋਗੇਸ਼ਨ ਤੋਂ ਬਾਹਰ ਆਇਆ ਤੇ 4 ਬੋਤਲਾਂ ਬਿਸਲਰੀ ਵਾਟਰ ਦੀਆਂ ਉਹ ਪੀ ਗਿਆ, ਪਾਣੀ ਪੀ ਗਿਆ 4 ਬੋਤਲਾਂ। ਤਾਂ ਉੱਥੇ ਬਿਆਨਬਾਜ਼ੀ, ਇਲਜ਼ਾਮਬਾਜ਼ੀ ਕੁਝ ਹੋਰ ਤਰੀਕੇ ਦੀ ਹੁੰਦੀ ਆ, ਪ੍ਰੈਸ ਦੇ ਸਾਹਮਣੇ ਬਿਆਨ ਜਿਹੜੇ ਦੇਣੇ ਕੁਝ ਹੋਰ ਤਰੀਕੇ ਦੇ ਹੁੰਦੇ ਆ। ਇਸ ਗੱਲ ਦਾ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਕਿ ਜਦੋਂ ਹੁਣ ਮੈਂ SIT ਦਾ ਸਕੰਜਾ ਮੇਰੇ ਦੁਆਲੇ ਕੱਸਿਆ ਗਿਆ, ਹੁਣ ਉਹ ਸਥਿਤੀਆਂ ਹੈ ਨਹੀਂ ਆ ਕਿ ਵੱਡੇ ਬਾਦਲ ਸਾਹਿਬ ਵਾਲੀਆਂ ਕਿ ਝੋਲੇ 'ਚ ਕੱਪੜੇ ਪਾਏ ਤੇ ਮੈਂ ਆ ਗਿਆ ਜੀ ਮੈਨੂੰ ਫੜ ਲਓ। ਹੁਣ ਅੱਗੇ ਵੀ ਅਸੀਂ ਗੱਲ ਕੀਤੀ, ਤੇ ਜੇ ਸੁਖਬੀਰ ਸਿੰਘ ਬਾਦਲ ਨੇ ਹੁਣ SIT ਦੇ ਸਾਹਮਣੇ ਉਹੋ ਜਿਹਾ ਡਰਾਮਾ ਕੀਤਾ, ਅਗਲੇ ਵੀ ਤਿਆਰ ਨੇ, ਤੇ ਸ਼ਾਇਦ ਇਹੋ ਹੀ ਗੱਲ ਲੱਗਦਾ। ਸਾਨੂੰ ਕੀ ਲੱਗਦਾ ਇਹ ਝੂਠ ਕਿਉਂ ਬੋਲਿਆ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ, ਕਿਉਂ ਇਸ ਤਰੀਕੇ ਦੇ ਨਾਲ ਕੀਤਾ ਗਿਆ? ਕੀ ਲੱਗਦਾ ਕਿ ਉਹਨਾਂ ਨੂੰ ਖਦਸ਼ਾ ਸੀਗਾ ਕਿ ਆਸ਼ੂ ਦੀ ਤਰ੍ਹਾਂ ਮੇਰੇ ਤੇ ਨਾ ਕੋਈ ਕਾਰਵਾਈ ਜਿਹੜੀ ਆ ਕਰ ਦਿੱਤੀ ਜਾਵੇ, ਮੈਨੂੰ ਵੀ ਕਿਤੇ ਉੱਥੇ ਬਿਠਾ ਨਾ ਲਿਆ ਜਾਵੇ, ਕਿਉਂਕਿ ਜਿਸ ਤਰੀਕੇ ਦਾ ਸਰਕਾਰ ਤੇ ਲੋਕਾਂ ਦਾ ਤੇ ਬਰਗਾੜੀ ਮੋਰਚੇ ਦਾ ਪ੍ਰੈਸ਼ਰ ਹੈਗਾ, ਤਾਂ ਉਹਨਾਂ ਨੂੰ ਪਤਾ ਸੀਗਾ ਕਿ 1 ਸਤੰਬਰ ਨੂੰ ਇਹਨਾਂ ਨੇ ਜਵਾਬ ਵੀ ਦੇਣਾ ਮੋਰਚੇ ਨੂੰ, ਤਾਂ ਹੋ ਸਕਦਾ ਹੈ ਕਿ 1 ਸਤੰਬਰ ਦੇ ਕਰਕੇ ਮੇਰੇ ਤੇ ਕੋਈ ਕਾਰਵਾਈ ਨਾ ਕਰ ਦੇਣ, ਇਸ ਕਰਕੇ ਡਰਦੇ ਸੁਖਬੀਰ ਨੇ ਜਿਹੜੇ ਇਸ ਤਰੀਕੇ ਦਾ ਝੂਠ ਬੋਲਿਆ, ਜਾਂ ਕੋਈ ਗੱਲ ਹੋਰ ਹੈ? ਨਹੀਂ ਸੁਖਵਿੰਦਰ ਜੀ, ਇਹ ਤੁਹਾਡੀ ਗੱਲ ਆ ਜਿਹੜਾ ਤੱਥ ਪੇਸ਼ ਕੀਤਾ ਇਹ ਜ਼ਿਆਦਾ ਵਜ਼ਨਦਾਰ ਲੱਗਦਾ, ਕਿਉਂਕਿ ਸ਼ਾਇਦ ਸੁਖਬੀਰ ਨੂੰ ਇਸ ਗੱਲ ਦਾ ਖਦਸ਼ਾ ਸੀ, ਕਿਉਂਕਿ ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਸਰਕਾਰ ਇਸ ਵੇਲੇ ਜਦੋਂ ਉਹਦੇ ਕੋਈ ਆਪਣੇ ਉੱਤੇ ਕੋਈ ਵਾਦ ਵਿਵਾਦ ਉੱਠਦਾ, ਉਹ ਇਹੋ ਜਿਹਾ ਕੋਈ ਮੰਤਰੀ ਫੜ ਕੇ ਆਪਣੇ ਉਸ ਵਾਦ ਨੂੰ ਖਤਮ ਕਰ ਦਿੰਦੀ ਹੈ। ਜਿਸ ਤਰ੍ਹਾਂ ਪਠਾਨ ਮਾਜਰੇ ਨੂੰ ਫੜਿਆ, ਪਠਾਨ ਮਾਜਰੇ ਦਾ ਉਹਦਾ ਪਤਨੀ ਦੇ ਨਾਲ ਚਰਚਾ ਚੱਲੀ ਤੇ ਉਸ ਵੇਲੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਕਾਰਵਾਈ ਹੋ ਜਾਂਦੀ ਆ, ਤੇ 1 ਸਤੰਬਰ ਨੂੰ ਜਦੋਂ ਬਰਗਾੜੀ ਮੋਰਚੇ ਨਾਲ ਸੰਬੰਧਿਤ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਉਹਨਾਂ ਨੇ ਐਲਾਨ ਕਰਨਾ ਕਿਸੇ ਪ੍ਰੋਗਰਾਮ ਦਾ, ਤੇ ਸਰਕਾਰ ਦਬਾਅ ਦੇ ਵਿੱਚ ਸੀ, ਤਾਂ ਹੋ ਸਕਦਾ ਕਿ ਸੁਖਬੀਰ ਬਾਦਲ, ਜਿਸ ਤਰੀਕੇ ਨਾਲ ਤੁਸੀਂ ਸਥਿਤੀ ਬਿਆਨ ਕੀਤੀ ਕਿ ਸੁਖਬੀਰ ਬਾਦਲ ਨੂੰ ਇੱਕ ਖਦਸ਼ਾ ਹੋਵੇ ਕਿ ਜੇ ਮੈਂ ਗਿਆ ਤਾਂ ਸਰਕਾਰ ਮੈਨੂੰ ਉੱਥੇ ਗ੍ਰਿਫਤਾਰ ਕਰ ਸਕਦੀ ਹੈ, ਜਾਂ ਸਰਕਾਰ ਵੈਸੇ ਭਾਲ ਸਕਦੀ ਕਿ ਹਾਂ ਵੀ ਤੂੰ ਬਹਿ ਜਾ, ਅਜੇ ਨਹੀਂ ਜਾਣਾ, ਅਜੇ ਤੱਕ ਕੋਈ ਇੰਟਰੋਗੇਸ਼ਨ ਹੋਰ ਕਰਦੀ ਆ, ਤਾਂ ਇਹੋ ਜਿਹੀ ਸਥਿਤੀ ਤੋਂ ਬਚਣ ਖਾਤਰ ਹੀ ਉਹ SIT ਦੇ ਸਾਹਮਣੇ ਪੇਸ਼ ਨਹੀਂ ਹੋਏ। ਕਿਉਂਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ, ਕਾਂਗਰਸ ਪਾਰਟੀ, ਕੋਈ ਵੀ ਪਾਰਟੀ ਹੋਵੇ, ਇਸ ਗੱਲ ਪਤਾ ਲੱਗ ਚੁੱਕਾ ਕਿ ਸਰਕਾਰ ਇਸ ਵੇਲੇ ਪੂਰਨ ਤੌਰ ਤੇ ਹਮਲਾਵਰ ਰੁਖ ਦੇ ਵਿੱਚ ਆ, ਜੋ ਕਹਿੰਦੀ ਆ ਉਹ ਕਰ ਲੈਂਦੀ ਆ। ਖਾਸ ਤੌਰ ਤੇ ਵਿਰੋਧੀ ਪਾਰਟੀਆਂ ਦੇ ਪ੍ਰਸੰਗ ਦੇ ਵਿੱਚ ਆਪਣੇ ਪ੍ਰਸੰਗ ਵਿੱਚ ਸ਼ਾਇਦ ਸਰਕਾਰ ਦਾ ਨਜ਼ਰੀਆ ਕੁਝ ਹੋਰ ਹੋਵੇ, ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਲੀਡਰ ਉਹਨਾਂ ਦੇ ਵਿੱਚ ਜੋ ਕਹਿੰਦੀ ਆ ਉਹ ਕਰਕੇ ਵਿਖਾ ਦਿੰਦੀ ਆ। ਤੇ ਜਿੱਦਣ ਸੁਖਬੀਰ ਸਿੰਘ ਬਾਦਲ ਨੂੰ ਵੀ ਇਸ ਗੱਲ ਦਾ ਪਤਾ ਕਿ ਜਿਸ ਦਿਨ ਵਿਜੀਲੈਂਸ SIT ਨੇ ਜਾਂ ਹੋਰ ਜਿਹੜੀ ਆਰਗੇਨਾਈਜੇਸ਼ਨ ਨੇ ਉਹਨਾਂ ਤੇ ਹੱਥ ਪਾਇਆ ਬੇਅਦਬੀਆਂ ਦੇ ਮੁੱਦੇ ਦੇ ਵਿੱਚ, ਤਾਂ ਕਾਂਗਰਸ ਨੇ ਪੂਰਾ ਜ਼ੋਰ ਲਾਉਣਾ ਕਿ ਕਿਸੇ ਵੀ ਸੂਰਤ 'ਚ ਸੁਖਬੀਰ ਬਾਦਲ ਬਾਹਰ ਨਾ ਆਵੇ। ਤੇ ਪੰਜਾਬ ਦੇ ਲੋਕ ਜਿਹੜੇ ਨੇ, ਜ਼ਿਆਦਾਤਰ ਪੰਜਾਬ ਦੇ ਲੋਕ ਇਹੋ ਹੀ ਚਾਹੁੰਦੇ ਨੇ ਕਿ ਜਿੰਨੀ ਤੋਂ ਜਲਦੀ ਬਾਦਲ ਪਰਿਵਾਰ ਦੇ ਉੱਤੇ ਕਾਰਵਾਈ ਹੋਵੇ। ਇਸ ਗੱਲ ਤੋਂ ਸੁਖਬੀਰ ਬਾਦਲ ਪੂਰਨ ਤੌਰ ਤੇ ਜਾਣੂ ਆ, ਤੇ ਸ਼ਾਇਦ ਇਹੋ ਹੀ ਕਾਰਨ ਆ ਜਿਹੜੀ ਤੁਸੀਂ ਸਥਿਤੀ ਬਿਆਨ ਕੀਤੀ, ਇਸੇ ਹੀ ਕਾਰਨ ਉਹ ਕੱਲ ਜਿਹੜੇ ਉਹ ਪੇਸ਼ ਨਹੀਂ ਹੋਏ। ਉਹਨਾਂ ਨੇ ਕਿਹਾ ਕਿ ਚਲੋ ਟਾਈਮ ਲਗਾ ਲਿਆ ਜਾਵੇ, 14 ਤਰੀਕ ਨੂੰ ਫਿਰ ਵੇਖੀ ਜਾਊਗੀ ਕਿ ਕੀ ਬਣਦਾ। ਜੀ ਬਿਲਕੁਲ ਕਾਣਕੀ ਸਾਹਿਬ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਆਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਸਾਰੀਆਂ ਖਬਰਾਂ ਤੇ ਸਾਡੇ ਨਾਲ ਵਿਚਾਰ ਚਰਚਾ ਕੀਤੀ ਗਈ ਹੈ। ਇੱਕ ਖਬਰ ਤੇ, ਚਾਹੇ ਉਹ ਰਾਜਾ ਵੜਿੰਗ ਨੂੰ ਆਸ਼ੂ ਦੇ ਤੌਰ ਤੇ ਫਸਾਏ ਜਾਣ ਦੀ ਗੱਲ ਹੋਵੇ, ਚਾਹੇ ਉਹ ਰਾਜਾ ਵੜਿੰਗ ਦੇ ਜਿਹੜਾ ਡਿੱਗਦਾ ਪੱਧਰ ਹੋਵੇ ਪਾਰਟੀ ਪੱਧਰ ਤੇ ਪ੍ਰਧਾਨ ਦੇ ਤੌਰ ਤੇ, ਚਾਹੇ ਉਹ ਆਸ਼ੂ ਦੇ ਮਾਮਲੇ ਦੇ ਵਿੱਚ ਕੋਈ ਨਵੇਂ ਖੁਲਾਸੇ ਹੋਣ, ਚਾਹੇ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਬੋਲਿਆ ਗਿਆ ਝੂਠ ਹੋਵੇ, ਉਹਨਾਂ ਸਾਰੀਆਂ ਖਬਰਾਂ ਤੇ ਵਿਸਥਾਰਪੂਰਵਕ ਅਣਖੀ ਸਾਹਿਬ ਨੇ ਜਿਹੜੀ ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੇ ਇਹ ਚਰਚਾ ਜਿਹੜੀ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।